ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਫਤਿਹ ਸਰ ਜੀਐਸ ਕਲਾਸਿਸ ਦੇ YouTube ਚੈਨਲ ਤੇ। ਹਾਜ਼ਰ ਅਸੀਂ ਤੁਹਾਡੇ ਲਈ ਲੈ ਕੇ ਇੰਡੀਅਨ ਪੋਲਿਟੀ ਦੀ ਸੀਰੀਜ਼ ਜੋ ਕਿ ਅਸੀਂ ਸਪੈਸ਼ਲ ਪੰਜਾਬੀ ਵਿੱਚ ਕਰ ਰਹੇ ਹਾਂ। ਇਹ ਜਿਹੜੀ ਸੀਰੀਜ਼ ਹੈ ਇੰਡੀਅਨ ਪੋਲਿਟੀ ਦੀ, ਇਹ ਜੋ ਆਉਣ ਵਾਲੇ ਐਗਜ਼ਾਮ ਨੇ ਜਿਵੇਂ ਕਿ ਨੈਬ ਤਹਿਸੀਲਦਾਰ, ਕੋਆਪਰੇਟਿਵ ਇੰਸਪੈਕਟਰ ਅਤੇ ਪੰਜਾਬ ਪੁਲਿਸ ਦੇ ਜੋ ਵੀ ਐਗਜ਼ਾਮ ਹੋਣਗੇ ਉਹਨਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਰਹਿਣ ਵਾਲੀ ਹੈ। ਅਸੀਂ ਲੈ ਕੇ ਆਏ ਹਾਂ ਪਾਰਟ ਨੰਬਰ 7। ਇਸ ਤੋਂ ਪਹਿਲਾਂ ਆਲਰੇਡੀ 6 ਭਾਗ ਆ ਚੁੱਕੇ ਨੇ। ਜੇ ਤੁਸੀਂ ਨਹੀਂ ਦੇਖੇ ਹੋ 6 ਭਾਗ ਤਾਂ ਇਹ ਭਾਗ ਦੇਖਣ ਤੋਂ ਬਾਅਦ ਉਹਨਾਂ ਨੂੰ ਜ਼ਰੂਰ ਦੇਖ ਲਿਓ। ਅਤੇ ਨਾਲ ਦੀ ਨਾਲ ਅਸੀਂ ਇਸ ਵੀਡੀਓ ਦੇ ਵਿੱਚ MCQs ਕਰ ਰਹੇ ਹਾਂ। ਉਹਨਾਂ MCQs ਦੀ ਡਿਟੇਲ ਕਰ ਰਹੇ ਹਾਂ ਜੀ, ਜਿਹੜੀ ਕਿ ਬਹੁਤ ਹੀ ਇੰਪੋਰਟੈਂਟ ਹੈ। ਮੈਂ ਹਰੇਕ ਵੀਡੀਓ ਵਿੱਚ ਇਹ ਗੱਲ ਦੱਸਦਾ, ਇਸ ਜੋ ਡਿਟੇਲ ਹੈ ਇਹਦੇ ਨੋਟਸ ਜ਼ਰੂਰ ਬਣਾ ਲਿਓ। ਅਤੇ ਜੇ ਤੁਹਾਨੂੰ ਇਹ PDF ਚਾਹੀਦੀ ਹੈ ਜਿਸ ਤੋਂ ਆਪਾਂ ਇਹ MCQs ਕਰ ਰਹੇ ਹਾਂ, ਤਾਂ ਇੱਕ ਮੇਰਾ ਚੈਨਲ ਹੈ ਟੈਲੀਗ੍ਰਾਮ 'ਤੇ ਜਿਸ ਦਾ ਨਾਮ ਹੈ ਫਤਿਹ ਸਰ ਟੈਲੀਗ੍ਰਾਮ 'ਤੇ ਚੈਨਲ ਹੈ ਜੀ। ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ। ਤੁਸੀਂ ਉੱਥੇ ਜਾਓ, ਉਸ ਚੈਨਲ ਨੂੰ ਫੋਲੋ ਕਰੋ ਅਤੇ ਇਸ ਦੀ PDF ਵੀ ਲੈ ਲਓ, ਜਾਂ ਹੋਰ ਵੀ ਜਿਹੜੀਆਂ ਮੈਂ ਵੀਡੀਓਜ਼ ਪਾਉਣਾ ਉਹਦੀਆਂ PDFs ਉੱਥੇ ਮਿਲ ਜਾਂਦੀਆਂ। ਅਤੇ ਇੱਕ ਇੰਸਟਾ 'ਤੇ ਵੀ ਮੇਰਾ ਪੇਜ ਹੈ ਫਤਿਹ ਸਿੰਘ ਸਰ ਦੇ ਨਾਮ 'ਤੇ, ਫਤਿਹ ਸਿੰਘ ਸਰ, ਠੀਕ ਹੈ ਜੀ। ਉਹਨੂੰ ਫੋਲੋ ਕਰੋ। ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਨੋਟੀਫਿਕੇਸ਼ਨ ਅਤੇ MCQs ਵੀ ਤੁਹਾਨੂੰ ਮਿਲਦੇ ਰਹਿਣਗੇ। ਹਰੇਕ ਐਗਜ਼ਾਮ ਦੇ ਲਈ ਉਹ ਬਹੁਤ ਹੀ ਇੰਪੋਰਟੈਂਟ ਹੁੰਦੇ ਆ। ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਅਤੇ ਜੇ ਪੁਰਾਣੇ ਹੀ ਹੋ ਤੇ ਜੇ ਨਵੇਂ ਵੀ ਹੋ ਤਾਂ ਵੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰੋ। ਅਤੇ ਮੈਂ ਜੋ ਵੀ ਕੁਐਸਚਨ ਪੁੱਟ ਕਰੂੰਗਾ ਉਹਦਾ ਆਨਸਰ ਕਮੈਂਟ ਬਾਕਸ 'ਚ ਜ਼ਰੂਰ ਦਿਓ ਜੀ। ਚਲੋ ਸ਼ੁਰੂ ਕਰਦੇ ਹਾਂ। ਸਾਡੇ ਕੋਲ ਫਸਟ ਕੁਐਸਚਨ ਹੈ, ਦਾ ਚੇਅਰਮੈਨ ਆਫ NHRC ਇਜ਼ ਅਪੋਇੰਟਡ ਫॉर ਦਾ ਪੀਰੀਅਡ ਆਫ। NHRC ਦੀ ਫੁੱਲ ਫਾਰਮ ਹੈਗੀ ਆ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ, ਹੈਗੀ ਆ ਜੀ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ। ਤੇ ਉਹਨਾਂ ਨੇ ਪੁੱਛਿਆ ਕਿ ਜਿਹੜਾ ਚੇਅਰਮੈਨ ਹੋਊਗਾ ਉਹਦਾ ਟਾਈਮ ਪੀਰੀਅਡ ਕਿੰਨਾ ਹੁੰਦਾ, ਕਿੰਨੇ ਟਾਈਮ ਲਈ ਉਹਨੂੰ ਅਪੋਇੰਟ ਕੀਤਾ ਜਾਂਦਾ। ਸਾਡੇ ਕੋਲ ਫਸਟ ਆਪਸ਼ਨ ਹੈਗਾ 6 ਈਅਰ ਔਰ ਟਿਲ ਏਜ 70 ਈਅਰ, ਕਹਿੰਦੇ 6 ਸਾਲ ਦੇ ਲਈ ਜਾਂ 60 ਸਾਲ ਦੀ ਉਮਰ ਤੱਕ, 6 ਸਾਲ ਜਾਂ 65 ਸਾਲ ਦੀ ਉਮਰ ਤੱਕ, 5 ਸਾਲ ਜਾਂ 65 ਸਾਲ ਦੀ ਉਮਰ ਤੱਕ, ਤੇ ਚੌਥਾ ਆਪਸ਼ਨ ਹੈ ਸਾਡੇ ਕੋਲ 3 ਸਾਲ ਜਾਂ 70 ਸਾਲ ਦੀ ਉਮਰ ਤੱਕ, 70 ਈਅਰਸ। ਤੇ ਜਿਹੜਾ ਇਹਦਾ ਸਹੀ ਆਨਸਰ ਹੈ ਹੋਗਾ ਆਪਸ਼ਨ ਨੰਬਰ D, 3 ਈਅਰਸ ਔਰ ਟਿਲ ਦਾ ਏਜ ਆਫ 70 ਈਅਰਸ, 3 ਸਾਲ ਦੇ ਲਈ ਜਾਂ ਫਿਰ 70 ਸਾਲ ਤੱਕ। ਨੈਕਸਟ ਕੁਐਸਚਨ ਆਪਣੇ ਕੋਲੇ NHRC ਦੇ ਰਿਲੇਟਡ ਹੀ, ਇਹਦੀ ਫੁੱਲ ਫਾਰਮ ਮੈਂ ਹੁਣੇ ਦੱਸ ਕੇ ਹਟਿਆ ਜੀ, ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਵਾਜ਼ ਅਸਟੈਬਲਿਸ਼ਡ ਇਨ ਦਾ ਈਅਰ, ਕਹਿੰਦੇ ਕਿਹੜੇ ਈਅਰ ਦੇ ਵਿੱਚ ਇਹਦੀ ਸਟੈਬਲਿਸ਼ਮੈਂਟ ਹੋਈ ਆ। ਆਪਸ਼ਨ ਨੰਬਰ ਫਸਟ ਹੈ ਆਪਣੇ ਕੋਲੇ 1951, ਆਪਸ਼ਨ ਨੰਬਰ 2 ਹੈ 1993, ਸਾਡੇ ਕੋਲ ਥਰਡ ਆਪਸ਼ਨ ਹੈ 1965 ਤੇ ਫੋਰਥ ਆਪਸ਼ਨ ਹੈ 1990। ਤੇ ਜਿਹੜਾ ਇਹਦਾ ਸਹੀ ਆਨਸਰ ਹੋਏਗਾ ਸਾਡੇ ਕੋਲ ਆਪਸ਼ਨ ਨੰਬਰ 2 1993। ਥੋੜੀ ਜੀ ਡਿਟੇਲ ਦੇਖਦੇ ਆਪਾਂ ਜੀ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੀ। ਦੇਖੋ ਜੋ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਆ ਉਹ 12 ਅਕਤੂਬਰ 1993 ਨੂੰ ਬਣਦਾ। ਉਸ ਟਾਈਮ ਤੇ ਇੱਕ ਐਕਟ ਸੀਗਾ ਸਾਡੇ ਕੋਲੇ ਪ੍ਰੋਟੈਕਸ਼ਨ ਆਫ ਹਿਊਮਨ ਰਾਈਟ ਐਕਟ 1993, ਇਸ ਐਕਟ ਦੇ ਅੰਡਰ ਇਹਨੂੰ ਬਣਾਇਆ ਗਿਆ। ਜਿਹੜਾ ਇਹ ਐਕਟ ਹੈ ਇਹ 2 ਵਾਰ ਅਮੈਂਡ ਹੋਇਆ ਉਦੋਂ ਬਾਅਦ, ਇੱਕ ਵਾਰ ਤਾਂ 2006 ਦੇ ਵਿੱਚ, ਇੱਕ ਵਾਰ 2019 ਦੇ ਵਿੱਚ। ਤੇ 19 ਵਿੱਚ ਇਹਦਾ ਨਾਮ ਰੱਖ ਦਿੱਤਾ ਗਿਆ ਸੀਗਾ ਰਾਈਟ ਕਮਿਸ਼ਨ ਅਮੈਂਡਮੈਂਟ ਐਕਟ, ਹਿਊਮਨ ਰਾਈਟ ਕਮਿਸ਼ਨ ਅਮੈਂਡਮੈਂਟ ਐਕਟ। ਇਹ ਜਿਹੜੀ ਕਮਿਸ਼ਨ ਦੀ ਗੱਲ ਕਰਦਾ ਹੈ, ਇਹ ਮਲਟੀ ਮੈਂਬਰ ਬੋਡੀ ਹੈ ਜਿਸ ਦੇ ਵਿੱਚ ਚੇਅਰਮੈਨ ਹੁੰਦਾ ਇੱਕ ਅਤੇ 4 ਮੈਂਬਰ ਹੁੰਦੇ ਆ ਜੀ, ਠੀਕ ਹੈ। ਤੇ ਜੇ ਆਪਾਂ ਗੱਲ ਕਰੀਏ ਚੇਅਰਮੈਨ ਦੀ ਤਾਂ ਉਹ ਕੌਣ ਹੋਣਗੇ, ਦ ਪਰਸਨ ਹੂ ਹੈਜ਼ ਬੀਨ ਦ ਚੀਫ ਜਸਟਿਸ ਆਫ ਇੰਡੀਆ ਔਰ ਦਾ ਜੱਜ ਆਫ ਦਾ ਸੁਪਰੀਮ ਕੋਰਟ ਇਜ਼ ਦਾ ਚੇਅਰਮੈਨ। ਜਿਹੜਾ ਕੋਈ ਇੱਦਾਂ ਦਾ ਇਨਸਾਨ ਜਿਹੜਾ ਚੀਫ ਜਸਟਿਸ ਆਫ ਇੰਡੀਆ ਰਿਹਾ ਹੋਊਗਾ, ਹੁਣ ਉਹ ਰਿਟਾਇਰ ਹੋ ਚੁੱਕਾ, ਜਾਂ ਫਿਰ ਉਹ ਸੁਪਰੀਮ ਕੋਰਟ ਦੇ ਵਿੱਚ ਜੱਜ ਰਹੇ ਹੋਣਗੇ, ਮੀਨਜ਼ CJI ਹੋਣ ਜਾਂ ਉਹ ਸਿੰਪਲੀ ਜੱਜ ਹੋਣ ਜੀ, ਕਿਹੜੇ ਸੁਪਰੀਮ ਕੋਰਟ ਦੇ। ਬਹੁਤ ਇੰਪੋਰਟੈਂਟ ਗੱਲ ਹੈ, ਰਿਟਾਇਰਡ ਹੋਣੇ ਚਾਹੀਦੇ ਨੇ, ਉਹ ਇਹਦੇ ਚੇਅਰਮੈਨ ਹੋ ਸਕਦੇ ਆ। ਦਾ ਚੇਅਰਮੈਨ ਐਂਡ ਦਾ ਮੈਂਬਰਸ ਆਰ ਅਪੋਇੰਟਡ ਬਾਈ ਦਾ ਪ੍ਰੈਜ਼ੀਡੈਂਟ। ਜਿਹੜੇ ਚੇਅਰਮੈਨ ਤੇ ਮੈਂਬਰ ਹੁੰਦੇ ਉਹਨਾਂ ਨੂੰ ਅਪੋਇੰਟ ਕੌਣ ਕਰਦਾ, ਪ੍ਰੈਜ਼ੀਡੈਂਟ। ਇਹ ਵੀ ਇੱਕ ਇੰਪੋਰਟੈਂਟ ਗੱਲ ਆ। ਅਤੇ ਜੋ ਪ੍ਰੈਜ਼ੀਡੈਂਟ ਹੈ ਉਹ ਇਹਨਾਂ ਨੂੰ ਖੁਦ ਆਪਣੀ ਮਰਜ਼ੀ ਨਾਲ ਅਪੋਇੰਟ ਨਹੀਂ ਕਰ ਸਕਦਾ, ਉਹ ਇੱਕ ਕਮੇਟੀ ਬਣਦੀ ਹੈ ਜੋ ਕਿ ਰეკਮੈਂਡੇਸ਼ਨ ਦਿੰਦੀ ਹੈ। ਤੇ ਉਹ ਕਮੇਟੀ ਵਿੱਚ ਟੋਟਲ 6 ਮੈਂਬਰ ਹੁੰਦੇ ਹਨ। ਜਿਨ੍ਹਾਂ ਬੰਦਿਆਂ ਦੇ ਨਾਮ ਇਹ ਕਮੇਟੀ ਰეკਮੈਂਡ ਕਰੂਗੀ ਉਹਨਾਂ ਬੰਦਿਆਂ ਨੂੰ ਹੀ ਪ੍ਰੈਜ਼ੀਡੈਂਟ ਅਪੋਇੰਟ ਕਰੂਗਾ। ਹੁਣ ਉਹ ਬੰਦੇ ਕਿਹੜੇ ਹੁੰਦੇ ਆ ਜੀ ਕਮੇਟੀ ਦੇ ਵਿੱਚ, ਕੌਣ ਇਹਦੇ ਮੈਂਬਰ ਹੁੰਦੇ ਆ। ਸਭ ਤੋਂ ਪਹਿਲਾਂ ਹੁੰਦੇ ਆ ਪ੍ਰਾਈਮ ਮਿਨਿਸਟਰ ਆਫ, ਜਿਹੜੇ ਕਿ ਹੈੱਡ ਹੁੰਦੇ ਇਸ ਕਮੇਟੀ ਦੇ। ਸੈਕੰਡ ਨੰਬਰ ਤੇ ਹੋਊਗਾ ਜੀ ਸਪੀਕਰ ਆਫ ਦਾ ਲੋਕ ਸਭਾ, ਉਹ ਵੀ ਇਹਦੇ ਮੈਂਬਰ ਹੋਣਗੇ। ਥਰਡ ਨੰਬਰ ਤੇ ਹੁੰਦੇ ਆ ਡਿਪਟੀ ਚੇਅਰਮੈਨ ਆਫ ਦਾ ਰਾਜ ਸਭਾ, ਉਹ ਵੀ ਇਸ ਕਮੇਟੀ ਦੇ ਮੈਂਬਰ ਹੋਣਗੇ। ਲੀਡਰਸ ਆਫ ਆਪੋਜੀਸ਼ਨ ਇਨ ਬੋਥ ਹਾਊਸਿਸ, ਜਿਹੜੇ ਦੋਨਾਂ ਹਾਊਸ ਸਾਡੇ ਕੋਲੇ ਲੋਕ ਸਭਾ ਅਤੇ ਰਾਜ ਸਭਾ, ਉਹਨਾਂ ਦੋਨਾਂ ਹਾਊਸ ਦੇ ਜਿਹੜੇ ਆਪੋਜੀਸ਼ਨ ਦੇ ਲੀਡਰ ਆ ਉਹ ਵੀ ਇਹਦਾ ਮੈਂਬਰ ਹੋਣਗੇ।
ਐਂਡ ਯੂਨੀਅਨ ਹੋਮ ਮਿਨਿਸਟਰ ਵੀ ਮੈਂਬਰ ਹੋਣਗੇ। ਠੀਕ ਹੈ, ਤਾਂ ਬਹੁਤ ਇੰਪੋਰਟੈਂਟ ਆ ਕਿ ਤੁਸੀਂ 6 ਮੈਂਬਰਸ ਰੱਖਣੇ ਆ ਕਿ ਕਿਹੜੇ ਯਾਦ ਰੱਖਣੇ ਆ। ਚਲੋ ਨੈਕਸਟ ਦੇਖਦੇ ਹਾਂ ਸਾਡੇ ਕੋਲੇ ਕੁਐਸਚਨ ਨੰਬਰ 3 ਆਰਟੀਕਲ 250 ਕਹਿੰਦੇ ਜਿਹੜਾ ਆਰਟੀਕਲ 250 ਆ ਆਫ ਦਾ ਕਨਸਟੀਟਿਊਸ਼ਨ ਸੇਜ਼ ਦੈਟ ਕੀ ਕਹਿ ਰਿਹਾ ਆ। ਆਪਸ਼ਨ ਦੇਖਦੇ ਹਾਂ ਜੀ। ਇਨ ਦਾ ਕੇਸ ਆਫ ਡਿਕਲੇਰੇਸ਼ਨ ਆਫ ਦਾ ਪ੍ਰੈਜ਼ੀਡੈਂਟ ਰੂਲ, ਜਦੋਂ ਕਹਿੰਦੇ ਪ੍ਰੈਜ਼ੀਡੈਂਟ ਰੂਲ ਲੱਗ ਗਿਆ ਇਨ ਐਨੀ ਸਟੇਟ, ਕਿਸੇ ਵੀ ਸਟੇਟ ਦੇ ਵਿੱਚ ਅੰਡਰ ਦਾ ਆਰਟੀਕਲ 356, ਯਾਦ ਰੱਖਿਓ ਸਾਡਾ ਆਰਟੀਕਲ 356 ਆ ਉਹ ਪ੍ਰੈਜ਼ੀਡੈਂਟ ਰੂਲ ਨੂੰ ਲਾਉਂਦਾ। The Parliament is competent to legislate on any matters including in the state list। ਕਹਿੰਦੇ ਕਿ ਜਿਹੜੀ ਪਾਰਲੀਮੈਂਟ ਹੈ ਉਹਦੇ ਕੋਲ ਫਿਰ ਪਾਵਰ ਆ ਜਾਂਦੀ ਹੈ ਜੀ। ਕਿਸ ਕੇਸ ਦੇ ਵਿੱਚ ਪਾਵਰ ਆਊਗੀ, ਜਦੋਂ ਕਿਸੇ ਸਟੇਟ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲੱਗ ਗਿਆ। ਕਾਹਦੀ ਪਾਵਰ ਆ ਜਾਊਗੀ, ਕਿਸੇ ਵੀ ਤਰ੍ਹਾਂ ਦੇ ਲਾਅ ਬਣਾਉਣ ਦੀ, ਰੂਲ ਬਣਾਉਣ ਦੀ ਸਟੇਟ ਮੈਟਰ ਤੇ, ਚਾਹੇ ਉਹ ਸਟੇਟ ਮੈਟਰ ਆ ਤਾਂ ਵੀ ਉੱਥੇ ਅਸੀਂ ਲਾਅ ਬਣਾ ਸਕਦੇ ਹਾਂ, ਪਾਰਲੀਮੈਂਟ ਬਣਾ ਸਕਦੀ ਆ। ਠੀਕ ਆ, ਹੁਣ ਜੇ ਮੈਂ ਥੋੜਾ ਤੁਹਾਨੂੰ ਐਕਸਟਰਾ ਇਨਫੋਰਮੇਸ਼ਨ ਦੇਵਾਂ, ਸਾਡੇ ਕੋਲੇ 3 ਲਿਸਟ ਹੁੰਦੀਆਂ ਨੇ ਜੀ। ਇੱਕ ਹੈਗੀ ਆ ਯੂਨੀਅਨ ਲਿਸਟ, ਜਿਹਦੇ ਵਿੱਚ ਕਿ ਸਾਡੇ ਸੈਂਟਰ ਗੌਰਮੈਂਟ ਦੇ ਕੋਲ ਰਾਈਟ ਹੁੰਦੇ ਆ ਲਾਅ ਬਣਾਉਣ ਦੇ। ਦੂਜੇ ਨੰਬਰ 'ਤੇ ਸਾਡੇ ਕੋਲ ਹੈਗੀ ਆ ਜੀ ਸਟੇਟ ਲਿਸਟ, ਜਿਹਦੇ ਵਿੱਚ ਸਟੇਟ ਗੌਰਮੈਂਟ ਕੋਲ ਪਾਵਰ ਹੁੰਦੀ ਆ ਰੂਲ ਬਣਾਉਣ ਦੀ। ਥਰਡ ਹੈਗੀ ਸਾਡੇ ਕੋਲ ਕਨਕਰੰਟ ਲਿਸਟ, ਤੇ ਜਿਹੜੀ ਕਨਕਰੰਟ ਲਿਸਟ ਆ ਉਹਦੇ ਵਿੱਚ ਦੋਨੋਂ ਮਿਲ ਕੇ ਪਾਵਰ ਹੁੰਦੇ, ਦੋਨਾਂ ਕੋਲ ਮਿਲ ਕੇ ਪਾਵਰ ਹੁੰਦੀ ਆ ਕਿ ਉਹ ਰੂਲ ਬਣਾ ਸਕਦੇ ਆ। ਕਲੀਅਰ। ਤੇ ਜਿਹੜੀ ਡਿਵੀਜ਼ਨ ਆਫ ਪਾਵਰ ਆ ਉਹ ਹੈਗੀ ਸਾਡੇ ਕੋਲ ਸ਼ਡਿਊਲ 7 ਦੇ ਵਿੱਚ। ਠੀਕ ਆ, ਧਿਆਨ ਰੱਖਿਓ ਸ਼ਡਿਊਲ 7 ਦੇ ਵਿੱਚ ਦੱਸਿਆ ਗਿਆ ਆ ਕਿ ਪਾਵਰ ਕਿਵੇਂ ਡਿਸਟਰੀਬਿਊਟ ਕੀਤੀ ਜਾਊਗੀ ਬਿਟਵੀਨ ਸਟੇਟ ਐਂਡ ਸੈਂਟਰ। ਇਹ ਜੋ ਲਿਸਟ ਦੀ ਮੈਂ ਗੱਲ ਕੀਤੀ ਆ, ਚਾਹੇ ਉਹ ਯੂਨੀਅਨ ਲਿਸਟ ਆ, ਚਾਹੇ ਸਟੇਟ ਲਿਸਟ ਆ, ਚਾਹੇ ਉਹ ਕਨਕਰੰਟ ਲਿਸਟ ਆ, ਇਹ ਸਾਨੂੰ ਸ਼ਡਿਊਲ 7 ਦੇ ਵਿੱਚ ਮਿਲਦੀ ਆ। ਚਲੋ ਨੈਕਸਟ ਸਟੇਟਮੈਂਟ ਅਸੀਂ ਦੇਖਦੇ ਹਾਂ ਜੀ। ਐਜੂਕੇਸ਼ਨ ਬਿੱਲ ਵੀ ਇਨ ਦਾ ਕਨਕਰੰਟ ਲਿਸਟ ਆਫ ਦਾ ਕਨਸਟੀਟਿਊਸ਼ਨ। ਦੇਖੋ ਐਜੂਕੇਸ਼ਨ ਕਨਕਰੰਟ ਲਿਸਟ ਹੈ, ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ, ਲੇਕਿਨ ਇੱਥੇ ਕੁਐਸਚਨ ਕਿ ਸਾਡੇ ਕੋਲ ਕਿ ਆਰਟੀਕਲ 250 ਦੇ ਵਿੱਚ ਨਹੀਂ ਦੱਸਿਆ ਗਿਆ। ਤੀਜੇ ਨੰਬਰ 'ਤੇ ਸਾਡੇ ਕੋਲ ਹੈਗਾ ਜੀ ਐਵਰੀ ਇੰਡੀਅਨ ਸਟੇਟ ਵਿਲ ਹੈਵ ਅ ਗਵਰਨਰ ਟੂ ਅਸਿਸਟ ਦਾ ਚੀਫ ਮਿਨਿਸਟਰ, ਇਹ ਵੀ 250 ਦੇ ਵਿੱਚ ਨਹੀਂ ਆਉਂਦਾ। ਐਂਡ ਸਮ ਟੈਕਸਿਸ ਵਿਲ ਬੀ ਇੰਪੋਜ਼ਡ ਐਂਡ ਕਲੈਕਟਡ ਬਾਈ ਦਾ ਸੈਂਟਰਲ ਗਵਰਨਮੈਂਟ ਓਨਲੀ। ਦੇਖੋ ਨਾ ਤਾਂ ਇਹ ਇੱਥੇ ਆਉਂਦਾ। ਠੀਕ ਹੈ, ਉਹਨਾਂ ਨੇ ਸਪੈਸ਼ਲੀ 250 ਆਰਟੀਕਲ ਬਾਰੇ ਪੁੱਛਿਆ ਗਿਆ, ਤੇ ਇਹਦਾ ਸਹੀ ਆਨਸਰ ਹੈ ਸਾਡੇ ਕੋਲ ਆਪਸ਼ਨ ਨੰਬਰ ਏ। ਕਲੀਅਰ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ, ਕੁਐਸਚਨ ਨੰਬਰ 4। ਕੁਐਸਚਨ ਨੰਬਰ 4 ਕੀ ਕਹਿ ਰਿਹਾ ਆ, ਕਹਿੰਦਾ ਵਿਚ ਆਫ ਦਾ ਫੋਲੋਇੰਗ ਆਰਟੀਕਲ ਡੈਲਟ ਵਿਦ ਦਾ ਫਾਰਮੇਸ਼ਨ ਆਫ ਦਾ ਪਾਰਲੀਮੈਂਟ। ਕਿ ਇਹਨਾਂ ਵਿੱਚੋਂ ਕਿਹੜਾ ਆਰਟੀਕਲ ਆ ਜਿਹੜਾ ਕਿ ਪਾਰਲੀਮੈਂਟ ਦੀ ਫਾਰਮੇਸ਼ਨ ਦੀ ਗੱਲ ਕਰਦਾ। ਆਰਟੀਕਲ 54, ਆਰਟੀਕਲ 63, ਆਰਟੀਕਲ 77 ਤੇ ਆਰਟੀਕਲ 79। ਜੋ ਇਸ ਦਾ ਸਹੀ ਆਨਸਰ ਹੈ ਉਹ ਸਾਡੇ ਕੋਲੇ ਆਰਟੀਕਲ 79। ਆਰਟੀਕਲ 79 ਗੱਲ ਕਰਦਾ ਪਾਰਲੀਮੈਂਟ ਦੀ ਫਾਰਮੇਸ਼ਨ ਦੀ। ਤੇ ਜਿਹੜੇ ਬਾਕੀ ਆਰਟੀਕਲਸ ਆ ਉਹ ਕਾਹਦੇ ਰਿਲੇਟਡ ਗੱਲ ਕਰਦੇ ਆਪਾਂ ਉਹ ਵੀ ਦੇਖ ਲੈਂਦੇ ਆ ਜੀ। ਗੱਲ ਕੀਤੀ ਜਾਵੇ ਆਰਟੀਕਲ 54 ਦੀ, ਆਰਟੀਕਲ 54 ਗੱਲ ਕਰਦਾ ਇਲੈਕਸ਼ਨ ਆਫ ਦਾ ਪ੍ਰੈਜ਼ੀਡੈਂਟ, ਕਿ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਕਿਵੇਂ ਹੋਊਗਾ। ਆਰਟੀਕਲ 63 ਗੱਲ ਕਰਦਾ ਵਾਈਸ ਪ੍ਰੈਜ਼ੀਡੈਂਟ ਦੀ, ਕਿ ਇੰਡੀਆ ਵਿੱਚ ਇੱਕ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਹੋਣੀ ਚਾਹੀਦੀ ਹੈ। ਹਾਂਜੀ, ਜੇ ਮੈਂ ਤੁਹਾਡੇ ਕੋਲ ਕੁਐਸਚਨ ਪੁੱਛਾਂ ਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਦੀ ਆਫਿਸ ਆ ਇਹ ਅਸੀਂ ਕਿਹੜੀ ਕੰਟਰੀ ਤੋਂ ਬੋਰੋ ਕੀਤਾ, ਤੇ ਇਹਦਾ ਆਨਸਰ ਹੈਗਾ ਸਾਡੇ ਕੋਲ ਜੀ USA ਤੋਂ ਅਸੀਂ ਇਹਨੂੰ ਬੋਰੋ ਕੀਤਾ ਸੀਗਾ ਵਾਈਸ ਪ੍ਰੈਜ਼ੀਡੈਂਟ ਦੇ ਆਫਿਸ ਨੂੰ। ਚਲੋ ਨੈਕਸਟ ਹੈ ਸਾਡੇ ਕੋਲ 77 ਆਰਟੀਕਲ। 77 ਆਰਟੀਕਲ ਦੇ ਵਿੱਚ ਕੀ ਲਿਖਿਆ ਗਿਆ ਆ ਕਿ ਇੰਡੀਆ ਦੇ ਵਿੱਚ ਜਿੰਨੇ ਵੀ ਐਗਜ਼ੀਕਿਊਟਿਵ ਐਕਸ਼ਨ ਹੁੰਦੇ ਆ ਉਹ ਪ੍ਰੈਜ਼ੀਡੈਂਟ ਦੇ ਨੇਮ ਤੇ ਹੀ ਹੋਣਗੇ। ਠੀਕ ਹੈ, ਤੇ ਬਹੁਤ ਇੰਪੋਰਟੈਂਟ ਆਰਟੀਕਲਸ ਨੇ ਤਿੰਨੋਂ ਦੇ ਤਿੰਨੋਂ, ਅਸੀਂ ਯਾਦ ਕਰਨੇ ਆ ਕਿਉਂਕਿ ਐਗਜ਼ਾਮ ਵਿੱਚ ਇਦਾਂ ਦੇ ਕੁਐਸਚਨ ਬਣ ਜਾਂਦੇ ਆ ਜੀ। ਚਲੋ ਨੈਕਸਟ ਦੇਖਦੇ ਹਾਂ ਆਪਣੇ ਕੋਲੇ ਕੁਐਸਚਨ ਨੰਬਰ 5। ਜੁਆਇੰਟ ਸੈਸ਼ਨ ਆਫ ਦਾ ਪਾਰਲੀਮੈਂਟ ਇਜ਼ ਅਰੇਂਜਡ ਅੰਡਰ ਦਾ ਆਰਟੀਕਲ। ਕਹਿੰਦੇ ਜਿਹੜਾ ਜੁਆਇੰਟ ਸੈਸ਼ਨ ਆ ਉਹ ਕਦੋਂ ਜਾਂ ਕਿਹੜੇ ਆਰਟੀਕਲ ਦੇ ਅੰਡਰ ਅਰੇਂਜ ਕੀਤਾ ਜਾਏਗਾ ਪਾਰਲੀਮੈਂਟ ਦੇ ਲਈ। 78 ਆਰਟੀਕਲ ਆ ਜੀ, 103, 108, 249। ਇਹਦਾ ਸਹੀ ਆਨਸਰ ਹੈ ਸਾਡੇ ਕੋਲੇ 108 ਆਰਟੀਕਲ, ਆਪਸ਼ਨ ਨੰਬਰ 3। ਜੁਆਇੰਟ ਸਿਟਿੰਗ ਹੁੰਦੀ ਕੀ ਆ ਪਹਿਲਾਂ ਤਾਂ ਦੇਖੋ ਜੀ। ਜਦੋਂ ਕੋਈ ਵੀ ਬਿੱਲ ਪ੍ਰੈਜ਼ੈਂਟ ਹੋ ਗਿਆ ਹਾਊਸ ਦੇ ਵਿੱਚ, ਚਾਹੇ ਉਹ ਲੋਕ ਸਭਾ 'ਚ ਪ੍ਰੈਜ਼ੈਂਟ ਹੋ ਗਿਆ ਚਾਹੇ ਉਹ ਰਾਜ ਸਭਾ ਦੇ ਵਿੱਚ, ਦੋਨਾਂ ਦੇ ਦੁਆਰਾ ਪਾਸ ਕਰਨਾ ਬਹੁਤ ਜ਼ਰੂਰੀ ਹੈ। ਲੇਕਿਨ ਕੁਛ ਇੱਦਾਂ ਹੋ ਗਿਆ ਕਿ ਪਹਿਲਾਂ ਲੋਕ ਸਭਾ ਦੇ ਵਿੱਚ ਉਹਨੂੰ ਪ੍ਰੈਜ਼ੈਂਟ ਕੀਤਾ ਗਿਆ ਬਿੱਲ ਨੂੰ, ਲੋਕ ਸਭਾ ਨੇ ਪਾਸ ਕਰਤਾ, ਉਹ ਗਿਆ ਰਾਜ ਸਭਾ ਵਿੱਚ, ਰਾਜ ਸਭਾ ਨੇ ਉਹਦੇ ਵਿੱਚ ਕੁਛ ਚੇਂਜ ਕਰਕੇ ਇਹਨੂੰ ਪਾਸ ਕਰਤਾ, ਫਿਰ ਲੋਕ ਸਭਾ 'ਚ ਭੇਜਤਾ। ਧਿਆਨ ਰੱਖਿਓ ਕੋਈ ਵੀ ਬਿੱਲ, ਠੀਕ ਆ ਜੀ, ਮੰਨ ਲਓ ਬਿੱਲ ਆ, ਉਹ ਉਦੋਂ ਹੀ ਪਾਸ ਮੰਨਿਆ ਜਾਊਗਾ ਜਦੋਂ ਸੇਮ ਜੋ ਵੀ ਵਰਡਿੰਗ ਲਿਖੀ ਗਈ ਆ ਸੇਮ ਚੀਜ਼ਾਂ ਦੋਨੇ ਹਾਊਸ ਦੇ ਵਿੱਚ ਪਾਸ ਹੋਣਗੇ। ਜੇ ਮੰਨ ਲਓ ਲੋਕ ਸਭਾ ਨੇ ਕੁਛ ਹੋਰ ਪਾਸ ਕੀਤਾ, ਰਾਜ ਸਭਾ ਨੇ ਕੁਛ ਹੋਰ ਪਾਸ ਕਰਤਾ, ਤਾਂ ਉਹ ਦੁਬਾਰਾ ਤੋਂ ਲੋਕ ਸਭਾ ਵਿੱਚ ਆਊਗਾ ਪਾਸ ਹੋਣ ਦੇ ਲਈ। ਮੰਨ ਲਓ ਲੋਕ ਸਭਾ ਨੇ ਉਹਨੂੰ ਐਕਸੈਪਟ ਨਹੀਂ ਕੀਤਾ, ਲੋਕ ਸਭਾ ਨੇ ਆਪਣੀ ਮਰਜ਼ੀ ਨਾਲ ਪਾਸ ਕਰਤਾ, ਫਿਰ ਉਹ ਰਾਜ ਸਭਾ ਵਿੱਚ ਜਾਊਗਾ ਸੇਮ ਕੰਡੀਸ਼ਨ ਵਿੱਚ ਪਾਸ ਹੋਣ ਦੇ ਲਈ। ਕਈ ਵਾਰ ਕੀ ਹੁੰਦਾ ਕਿ ਕੋਈ ਇੱਦਾਂ ਦਾ ਬਿੱਲ ਅੜ ਜਾਂਦਾ ਆ ਕਿ ਲੋਕ ਸਭਾ ਦੇ ਵਿੱਚ ਕੁਛ ਹੋਰ ਚਾਹੁੰਦੀ ਹੈ ਤੇ ਰਾਜ ਸਭਾ ਦੇ ਵਿੱਚ ਕੁਛ ਹੋਰ ਚਾਹੁੰਦੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਜੀ ਡੈਡ ਲੌਕ। ਕੀ ਕਹਿੰਦੇ ਆ ਜੀ? ਡੈਡ ਲੌਕ। ਜਦੋਂ ਵੀ ਡੈਡ ਲੌਕ ਦੀ ਕੰਡੀਸ਼ਨ ਹੁੰਦੀ ਆ ਤਾਂ ਸਾਡੇ ਜੁਆਇੰਟ ਸਿਟਿੰਗ ਨੂੰ ਬੁਲਾਇਆ ਜਾਂਦਾ, ਤੇ ਜੁਆਇੰਟ ਸਿਟਿੰਗ ਨੂੰ ਕੌਣ ਬੁਲਾਉਂਦਾ? ਪ੍ਰੈਜ਼ੀਡੈਂਟ।
मोस्ट इंपॉर्टेंट गल, ठीक है। ਪ੍ਰੈਜ਼ੀਡੈਂਟ ਬੁਲਾਊਗਾ ਅੰਡਰ ਆਰਟੀਕਲ 108 ਤੇ ਜਦੋਂ ਵੀ ਜੁਆਇੰਟ ਸਿਟਿੰਗ ਆਊਗੀ ਉਹਨੂੰ ਹੈੱਡ ਕੌਣ ਕਰਨਗੇ, ਉਹਦੇ ਚੇਅਰਮੈਨ ਕੌਣ ਹੋਣਗੇ, ਉਹ ਹੋਣਗੇ ਜੀ ਸਪੀਕਰ ਆਫ ਦਾ ਲੋਕ ਸਭਾ, ਸਪੀਕਰ ਆਫ ਲੋਕ ਸਭਾ। ਕਾਫੀ ਇੰਪॉर्टेंट इन्फॉर्मेशन है, इनू नोट डाउन कर लियो। चलो नेक्स्ट देखते हैं क्वेश्चन नंबर 6। विच ऑफ द फॉलोइंग इज नॉट सेक्ड और इंपीच्ड बाय द पार्लीमेंट। कहते पार्लीमेंट के द्वारा किनू इंपीच नहीं किया जा सकता। इट मीनस बाकियां नू कीता जांदा होगा, एक नू नहीं कीता जांदा होगा। ऑप्शन नंबर फर्स्ट है साडे कोले प्रेजिडेंट, प्रेजिडेंट नू तां आपां करदे ही करदे हां जी। ऑप्शन नंबर सैकेंड है साडे कोले चीफ जस्टिस ऑफ सुप्रीम कोर्ट, ये भी इंपीच किए जाते हैं पार्लीमेंट के द्वारा। ऑप्शन नंबर सी है साडे कोले कैग, इनू भी सुप्रीम को इनू भी पार्लीमेंट ही इंपीच करता है, जिमें कि सुप्रीम कोर्ट के जज नू किया जाता उन्होंने बेसिस ते। तो जो अटर्नी जनरल ऑफ इंडिया ने आर्टिकल 76 के आते हैं जी, अटर्नी जनरल ऑफ इंडिया, इन्हों हटाने की पावर हैगी आ प्रेजिडेंट के कोल, ठीक है। इन्हों पार्लीमेंट नहीं हटाता, इन्हों कौन हटाऊगा जी, प्रेजिडेंट। क्लीयर। चलो चलते अगे। इंपीचमेंट ऑफ प्रेजिडेंट, ये भी असी कंट्री तो बोरो किया। इंपीचमेंट ऑफ जजिज ऑफ सुप्रीम कोर्ट एंड हाई कोर्ट, ये भी असी एक पर्टिकुलर कंट्री तो बोरो किया। तुसी कमेंट बॉक्स के आंसर दसो कि वो किहड़ी कंट्री है जिथों असी इंपीचमेंट ऑफ प्रेजिडेंट एंड इंपीचमेंट ऑफ जजिज इनकलूडिंग सुप्रीम कोर्ट एंड हाई कोर्ट जजिज नूं इंपीच करने की पावर लई है। मैं हुणे इसका आंसर तुहानूं दसदा हां, तुसी वीडियो पॉज करके खुद सोचो तो कमेंट बॉक्स में आंसर करो। हाँ जी, इसका आंसर हैगा जी USA। USA तो असी ये इंपीचमेंट के मॉडल बोरो किए आ। चलो नैक्सट क्वेश्चन है साडे कोले, विच ऑफ द फॉलोइंग इज ट्रू अबाउट द पार्लीमेंट। पार्लीमेंट के द्वारा कहते किहड़ी सच्ची गल आ पार्लीमेंट के रिलेटेड, ट्रू अबाउट पार्लीमेंट के बारे। ऑप्शन नंबर फर्स्ट है पार्लीमेंट कंसिस्ट ऑफ लोक सभा एंड राज्य सभा। पार्लीमेंट के कहते लोक सभा भी आती है तो राज्य सभा भी आती है। ऑप्शन नंबर 2 है द वाइस प्रेजिडेंट इज इलैक्टेड बाय द बोथ हाउसिज ऑफ द पार्लीमेंट, कि जिहड़े वाइस प्रेजिडेंट है उन्होंने बोथ हाउस दोवें हाउस वो इलैक्ट करते हैं। ऑप्शन नंबर साढ़े को 3 है जॉइंट सिटिंग ऑफ द पार्लीमेंट इज हैडेड बाय द प्रेजिडेंट। देखो ये तो आप हुणे पढ़ के हटे ये तो ऑप्शन हो ही नहीं सकती, ये तो गलत होगी जी। चौथा ऑप्शन है जॉइंट सैशन ऑफ द पार्लीमेंट इज कॉल्ड बाय द लोक सभा स्पीकर। देखो ये भी आप देखा सी हुणे, कौन बुलाता इनू, प्रेजिडेंट बुलाऊगा। तो पार्लीमेंट के विच कौन हुंदा जी, लोक सभा ते राज्य सभा प्लस प्रेजिडेंट भी हुंदा, ठीक है। ध्यान रखियो तिन्नां नूं मिला के ही पार्लीमेंट वर्ड जिहड़ा है वो बनदा। दो चीज़ां, एक तो पार्लीमेंटरी बिल्डिंग, पार्लीमेंटरी बिल्डिंग के तो लोक सभा राज्य सभा आती है, लेकिन जे पार्लीमेंट की गल करिए इत्थे लोक सभा भी आऊगी, राज्य सभा भी आऊगी तो प्रेजिडेंट भी आऊगा, ठीक है। तो साडा इसलिए आंसर किहड़ा होगा, ऑप्शन नंबर बी द वाइस प्रेजिडेंट इज इलैक्टेड बाय द बोथ हाउसिज ऑफ द पार्लीमेंट, ठीक है। चलो नैक्सट साडे कोल क्वेश्चन नंबर 8, इन विच पार्ट ऑफ द इंडियन कॉन्स्टिट्यूशन द फंडामेंटल ड्यूटीज़ आर एनश्योर्ड। कहते किहड़े पार्ट दे विच जिहड़ियां फंडामेंटल ड्यूटीज़ रखियां गईयां, 4A 4B 5 ते 4, ठीक है। फंडामेंटल ड्यूटीज़ के रिलेटेड आप ऑलरेडी एक वीडियो में डिटेल नाल कर चुके हैं, तुसी नहीं देखी तो वो वीडियो जरूर देखो। ईवन जे इदों पहला वीडियोज़ नहीं देखियां सारियां वीडियो एक बार जरूर डिटेल च देखो, नोट्स बनाओ, रिविजन करो, ठीक है। पॉलिटी इदों बाहर नहीं आऊगी जे तुसी ध्यान ना कीती होगी तो। इसदा आंसर है साडे कोले ऑप्शन नंबर A 4A। नैक्सट साडे कोल फिर क्वेश्चन है जी द चेयरपर्सन एंड द मैंबरस ऑफ द नैशनल ह्यूमन राइट कमीशन आर अपॉइंटेड ऑन द रिकमेंडेशन ऑफ द कमेटी कंसिस्ट ऑफ। देखो ये आप फस्ट क्वेश्चन की डिटेल की सी, वो नाल क्वेश्चन आ गया। इन्होंने पूछा कि जो चेयरमैन तो मैंबर को अपॉइंट किया जाता है नैशनल ह्यूमन राइट कमीशन के कि द्वारा, प्रेजिडेंट के द्वारा, वो किन्हां दी रिकमेंडेशन से करता है, तो उस कमेटी में कौन कौन होंगे। ऑप्शन नंबर फस्ट है प्राइम मिनिस्टर, होम मिनिस्टर, लीडर ऑफ ओपोजिशन इन द बोथ हाउसिज ऑफ द पार्लीमेंट, लोक सभा स्पीकर। सैकेंड ऑप्शन है देखो 6 मैंबर से जी, काउंट कर लो 1 2 2 4 5, इत्थे 5 होया। चलो नैक्सट देखते हैं प्राइम मिनिस्टर, होम मिनिस्टर, लीडर ऑफ ओपोजिशन द बोथ हाउसिज, लोक सभा स्पीकर एंड डिप्टी चेयरमैन ऑफ द राज्य सभा। 6 हो गया जी पूरे। नैक्सट देख लेने हैं प्राइम मिनिस्टर, होम मिनिस्टर, लीडर ऑफ ओपोजिशन इन द बोथ हाउसिज ऑफ द पार्लीमेंट, लोक सभा स्पीकर तो प्रेजिडेंट। वो इच भी 6 है लेकिन प्रेजिडेंट नहीं आऊगा जी। फिर साढ़े को प्राइम मिनिस्टर, क्योंकि प्रेजिडेंट तो अपॉइंट ही करता इन्हों, प्रेजिडेंट नूं तो एक कमेटी रिकमेंड करती है तो प्रेजिडेंट इसका मैंबर नहीं हो सकता। उस तो बाद साढ़े को प्राइम मिनिस्टर, होम मिनिस्टर, प्रेजिडेंट, चीफ जस्टिस ऑफ सुप्रीम कोर्ट। इत्थे तो मैंबर ही घट गया जी, 1 2 3 4 मैंबर रह गया। इट मीनस साडा आंसर की होगा ऑप्शन नंबर बी इज़ द करैक्ट आंसर। इदा भी तुसीं कर सकते हो, कुछ भी थोनों याद आ उस आप दी इन्फॉर्मेशन नूं एग्जाम दे विच इंप्लीमेंट करो तो क्वेश्चन करो।
चलो क्वेश्चन नंबर साढ़े को 10वां 10 नंबर क्वेश्चन, द चेयरमैन ऑफ द नैशनल ह्यूमन राइट कमीशन, जो नैशनल ह्यूमन राइट कमीशन आ ਉਹਦਾ चेयरमैन मस्ट कौन होना चाहिए, ये भी आप फस्ट ਦੇ ਵਿੱਚ ਪੜਿਆ ਸੀਗਾ। रिटायर्ड जज ऑफ द हाई कोर्ट, सैकेंड आ लॉयर हू हैज़ एलिजिबल टू बी अ जज ऑफ सुप्रीम कोर्ट, रिटायर्ड जज ऑफ सुप्रीम कोर्ट एंड रिटायर्ड अटर्नी जनरल ऑफ इंडिया। ਇਹਦਾ सही आंसर है रिटायर्ड जज ऑफ द सुप्रीम कोर्ट। देखो एक क्वेश्चन की डिटेल करन ते किन्ने क्वेश्चन मिल जाते हैं। क्वेश्चन नंबर 11 साढ़े को नैशनल एमरजेंसी इज़ डिकलेयर्ड अंडर विच ऑफ द फॉलोइंग, जी नैशनल एमरजेंसी है उन्होंने किहड़े आर्टिकल के अंडर कहते डिकलेयर किया जाता, आर्टिकल 358, आर्टिकल 352, आर्टिकल 359, आर्टिकल 360। नैशनल एमरजेंसी के लिए साढ़े को आर्टिकल 352। देखो जी एक तो है साढ़े को नैशनल एमरजेंसी वो असी कर चुके हैं 352, एक साढ़े को हुंदा प्रेजिडेंट रूल जिन्होंने असी स्टेट एमरजेंसी भी कहने हैं, और स्टेट एमरजेंसी ये होंदा साढ़े को आर्टिकल 356 के अंडर एंड 365 दो आर्टिकल रिलेट करते हैं। तीजा साढ़े को हैगा फाइनैंशियल एमरजेंसी, ये हैगा 360 आर्टिकल याद करने आ। तो तीनों की तीनों एमरजेंसी आ वो प्रेजिडेंट के द्वारा प्रोकलेम की जाती है, ये भी एक एक्सट्रा इन्फॉर्मेशन है। ठीक है, तीनों की तीनों जी एमरजेंसी उन्होंने कौन प्रोकलेम करूँगा जी, प्रेजिडेंट। चलो नैक्सट चलते हैं साढ़े को क्वेश्चन नंबर 12, नैशनल एमरजेंसी प्रोकलेमेशन इज़ इशूड इन द केस ऑफ, जी नैशनल एमरजेंसी है केस के प्रोकलेम की जाती है। ये तो असीं देख लिया कि इन्हू प्रोकलेम करता कौन है, तो केस होगी आर्मड रिवेलियन, एक्सटर्नल एग्रैशन, वॉर, ऑल ऑफ अबब। इसका आंसर है जी ऑल ऑफ अबब, सारियां सही है। देखो जी नैशनल एमरजेंसी है दो तरह की हो सकती है, एक तो इंटरनल, ठीक है जी, एक होगी एक्सटर्नल, इंटरनल तो एक्सटर्नल। इंटरनल होंगी है एको ही बेस पर, वो होंगी है जी आर्मड रिवेलियन, तो जी एक्सटर्नल होंगी है दो बेसिस पर हो सकती है, एक तो वॉर के बेस पर, दूजा एक्सटर्नल एग्रैशन के बेस पर। तो टोटल ये तीन रीजन हो सकते हैं नैशनल एमरजेंसी लगाने के, किहड़ा जी आर्मड रिवेलियन, वॉर एंड एक्सटर्नल एग्रैशन, तो होंगी है दो टाइप की इंटरनल तो एक्सटर्नल। चलो नैक्सट है साढ़े को क्वेश्चन नंबर 13, इन रियल सेंस ऑफ द गवर्नर ऑफ द स्टेट इज़ अपॉइंटेड बाय द प्रेजिडेंट ऑन द एडवाइस ऑफ फॉलोइंग। कहते असल के जोड़ा गवर्नर है अपॉइंट कौन करता, प्रेजिडेंट। किसी भी स्टेट के गवर्नर अपॉइंट किया जाता प्रेजिडेंट के द्वारा, लेकिन वो किहदे कहण ते करदा, प्राइम मिनिस्टर के कहण ते, चीफ मिनिस्टर के कहण ते, वाइस प्रेजिडेंट के कहण ते चीफ जस्टिस ऑफ इंडिया के कहण ते। ठीक है जी, सानू बिल्कुल पता जी प्राइम मिनिस्टर के कहण ते ही ये काम किया जाता। ऑप्शन नंबर ए साडा की है सही आंसर। क्वेश्चन नंबर 14 आ, द गवर्नर ऑफ द स्टेट कैन बी रिमूवड बाय विच ऑफ वन ऑफ द फॉलोइंग। कहते जो गवर्नर आ स्टेट का वो किहदे द्वारा हटाया जा सकता, तो साडे कोल ऑप्शन है जी चीफ मिनिस्टर, प्राइम मिनिस्टर, यूनियन होम मिनिस्टर एंड प्रेजिडेंट। गवर्नर का टेन्योर फिक्स नहीं होंदा, ठीक है जी, फिक्स नहीं होंदा, नॉट फिक्स। क्लियर है, वो कदों तक अपनी पोस्ट पर रहूगा जदों तक वो प्रेजिडेंट खुश ने। मीनस गवर्नर कैन होल्ड हिज ऑफिस अप टू द प्लेजर ऑफ द प्रेजिडेंट, तो उन्होंने हटाऊगा भी कौन, प्रेजिडेंट ही हटाउणगे। चलो अगे चलते हैं। क्वेश्चन नंबर 15, विच वन ऑफ द फॉलोइंग आर्टिकल डील्स विद द अपॉइंटमेंट ऑफ द प्राइम मिनिस्टर एंड अदर मिनिस्टर्स। कहते किहड़ा आर्टिकल है जो डील करता है अपॉइंटमेंट ऑफ द प्राइम मिनिस्टर एंड द अदर मिनिस्टर्स। याद रखियो अपनी कंट्री के जोड़े प्राइम मिनिस्टर होंगे आ उहदा इलैक्शन नहीं होंदा, वो अपॉइंट किए जाते हैं प्रेजिडेंट के द्वारा। बहुत इंपॉर्टेंट इन्फॉर्मेशन आ, ठीक है जी। सानू वहम होंदा कि प्राइम मिनिस्टर के इलैक्शन होंगे, नहीं, PM के नहीं MP के इलैक्शन होंगे आ। ठीक है, मैंबर ऑफ पार्लीमेंट जोड़े कि लोक सभा में इलैक्ट होकर जाते हैं, उन्होंने इलैक्शन होंगे आ। साढ़े को ऑप्शन है ऑप्शन नंबर ए आर्टिकल 76, ऑप्शन नंबर बी आर्टिकल 74, ऑप्शन नंबर 3 आर्टिकल 75 तो ऑप्शन नंबर डी आर्टिकल 72। तो यदा जो सही आंसर है होगा साढ़े को जी आर्टिकल 75 ऑप्शन नंबर सी। आर्टिकल 75 दसदा आ जिहदे लिखा गया कि प्राइम मिनिस्टर PM और जो बाकी मिनिस्टर है उन्होंने प्रेजिडेंट अपॉइंट करनगे। कौन करूँगा जी, प्रेजिडेंट। तो जो आर्टिकल 76 आ वो गल करता है अटर्नी जनरल ऑफ इंडिया के बारे, असी ये भी देख चुके हैं। आर्टिकल 74 गल करता है कि जो प्रेजिडेंट आ वो काम करूगा, क्योंकि असीं देखा कि जिन्ने भी एग्जीक्यूटिव काम आ वो किहदे नाम ते हुंदे आ, प्रेजिडेंट के नाम ते। लेकिन प्रेजिडेंट वो किहदे एडवाइस ते करूगा, PM एंड काउंसल ऑफ मिनिस्टर्स की एडवाइस से करूगा। ये गल 74 आर्टिकल च लिखी मिलती है। तो रही गल 72 की, 72 आर्टिकल के गल की गई है प्रेजिडेंट की पार्डनिंग पावर ते।
ਮੀਨਸ ਪ੍ਰੈਜ਼ੀਡੈਂਟ ਕਿਹਨਾਂ ਨੂੰ ਮਾਫ ਕਰ ਸਕਦਾ ਆ, ਕਿਹੜੇ ਕੇਸ ਦੇ ਵਿੱਚ ਮਾਫ ਕਰ ਸਕਦਾ ਆ, ਉਹ ਗੱਲ ਕੀਤੀ ਗਈ ਹੈ 72 ਦੇ ਵਿੱਚ। ਕਲੀਅਰ। ਚਲੋ ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 16। ਹੂ ਅਮੰਗ ਦਾ ਫੋਲੋਇੰਗ ਸ਼ੈਲ ਕਮਿਊਨੀਕੇਟ ਟੂ ਦਾ ਪ੍ਰੈਜ਼ੀਡੈਂਟ all of decisions of the council of minister under the article 78। ਕਹਿੰਦੇ ਕਿ ਆਰਟੀਕਲ 78 ਦੇ ਅੰਡਰ ਇਹ ਲਿਖਿਆ ਗਿਆ ਆ ਕਿ ਕੋਈ ਇਨਸਾਨ ਆ ਜਿਹੜਾ ਕਿ ਪ੍ਰੈਜ਼ੀਡੈਂਟ ਨੂੰ ਮਿਲੂਗਾ ਤੇ ਸਾਰੀ ਦੀ ਸਾਰੀ ਇਨਫੋਰਮੇਸ਼ਨ ਦਊਗਾ ਜੋ ਵੀ ਕਾਉਂਸਲ ਆਫ ਮਿਨਿਸਟਰ ਨੇ ਡਿਸੀਜਨ ਲਏ ਆ। ਤੇ ਉਹ ਪਰਸਨ ਕੌਣ ਆ? ਇਹ ਕਹਿੰਦੇ ਹੋਮ ਮਿਨਿਸਟਰ ਆ, ਉਹ ਕਹਿੰਦੇ ਪ੍ਰਾਈਮ ਮਿਨਿਸਟਰ ਆ, ਇਹ ਕਹਿੰਦੇ ਅਟਰਨੀ ਜਨਰਲ ਆਫ ਇੰਡੀਆ ਆ, ਇਹ ਕਹਿੰਦੇ ਫਾਈਨੈਂਸ ਮਿਨਿਸਟਰ ਆ। ਤੇ ਸਾਨੂੰ ਪਤਾ ਜੀ ਉਹ ਕੌਣ ਹੋਣਗੇ? ਪ੍ਰਾਈਮ ਮਿਨਿਸਟਰ। ਆਪਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਂਸਰ। ਨੈਕਸਟ ਕੁਐਸਚਨ ਆਪਣੇ ਕੋਲੇ ਦਾ ਟੋਟਲ ਨੰਬਰ ਆਫ ਦਾ ਮਿਨਿਸਟਰਸ ਇਨਕਲੂਡਿੰਗ ਦਾ ਪ੍ਰਾਈਮ ਮਿਨਿਸਟਰ ਸ਼ੈਲ ਨਾਟ ਐਕਸੀਡਡ। ਕਹਿੰਦੇ ਕਿ ਜਿਹੜੇ ਲੋਕ ਸਭਾ ਦੇ ਮੈਂਬਰ ਜਿੰਨੇ ਵੀ ਹੈਗੇ ਆ ਟੋਟਲ, ਜਦੋਂ ਵੀ ਸਾਡੀ ਕਾਉਂਸਲ ਆਫ ਮਿਨਿਸਟਰ ਬਣਦੀ ਆ ਪਲੱਸ ਪ੍ਰਾਈਮ ਮਿਨਿਸਟਰ ਜਿਹਨੂੰ ਕਿ ਹੈੱਡ ਕਰਦੇ ਆ ਪ੍ਰਾਈਮ ਮਿਨਿਸਟਰ, ਉਹਨਾਂ ਦਾ ਨੰਬਰ ਕਹਿੰਦੇ 15% ਤੋਂ ਵੱਧ ਨਹੀਂ ਹੋਣਾ ਚਾਹੀਦਾ। ਠੀਕ ਆ, 15% ਕਿਹਦਾ ਜੀ? ਟੋਟਲ ਮੈਂਬਰ ਆਫ ਲੋਕ ਸਭਾ। ਬਹੁਤ ਇੰਪੋਰਟੈਂਟ ਗੱਲ ਆ। ਜੋ ਸਾਡੀ ਸਰਕਾਰ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਾਉਂਸਲ ਆਫ ਮਿਨਿਸਟਰ ਕਹਿ ਸਕਦੇ ਹਾਂ ਜਾਂ ਮਿਨਿਸਟਰਸ ਕਹਿ ਦਿੰਦੇ ਹਾਂ, ਉਹਨਾਂ ਦਾ ਨੰਬਰ ਕਦੇ ਵੀ 15% ਆਫ ਟੋਟਲ ਮੈਂਬਰ ਆਫ ਦਾ ਲੋਕ ਸਭਾ ਤੋਂ ਨਹੀਂ ਵਧਣਾ ਚਾਹੀਦਾ। ਇਹੀ ਇਹਨਾਂ ਨੇ ਪੁੱਛਿਆ ਸੀਗਾ ਕਿ ਕਿੰਨੇ ਪਰਸੈਂਟ ਤੋਂ ਨਹੀਂ ਵਧਣਾ ਚਾਹੀਦਾ, ਤੇ ਸਾਡਾ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ ਡੀ ਇਜ਼ ਦਾ ਕਰੈਕਟ ਆਂਸਰ। ਤੇ ਜਿਹੜੀ ਇਹ ਲਿਮਿਟੇਸ਼ਨ ਆ 15% ਵਾਲੀ, ਇਹਦੇ ਵਿੱਚ ਯਾਦ ਰੱਖਿਓ ਇਨਕਲੂਡਿੰਗ ਪ੍ਰਾਈਮ ਮਿਨਿਸਟਰ ਐਂਡ ਕਾਉਂਸਲ ਆਫ ਮਿਨਿਸਟਰ ਦੋਨੇ ਹੀ ਆਉਂਦੇ ਆ ਜੀ। ਕਾਉਂਸਲ ਆਫ ਮਿਨਿਸਟਰ ਪਲੱਸ ਪ੍ਰਾਈਮ ਮਿਨਿਸਟਰ ਇਹ 15% 'ਚ ਹੀ ਆਉਣਗੇ। ਤੇ ਜਿਹੜੀ ਚੇਂਜ ਆਈ ਸੀ 91st ਅਮੈਂਡਮੈਂਟ ਦੇ ਵਿੱਚ 2003 ਦੇ ਵਿੱਚ ਇਹ ਅਮੈਂਡਮੈਂਟ ਕੀਤੀ ਗਈ ਸੀ। ਇਸ ਅਮੈਂਡਮੈਂਟ ਦੇ ਵਿੱਚ ਇਹ ਦੱਸਿਆ ਗਿਆ ਸੀਗਾ ਕਿ ਅੱਜ ਤੋਂ ਬਾਅਦ 15% ਤੋਂ ਜ਼ਿਆਦਾ ਕਾਉਂਸਲ ਆਫ ਮਿਨਿਸਟਰ ਪਲੱਸ ਪ੍ਰਾਈਮ ਮਿਨਿਸਟਰ ਨਹੀਂ ਹੋ ਸਕਦੇ। ਚਲੋ ਉਹਦੇ ਬਾਅਦ ਸਾਡੇ ਕੋਲ ਕੁਐਸਚਨ ਹੈਗਾ ਜੀ 18 ਨੰਬਰ ਕੁਐਸਚਨ। ਦਾ ਸੁਪਰੀਮ ਕੋਰਟ ਆਫ ਇੰਡੀਆ ਐਟ ਪ੍ਰੈਜ਼ੈਂਟ ਕੰਟੇਨ ਦਾ ਫੋਲੋਇੰਗ ਨੰਬਰ ਆਫ ਜੱਜਿਸ। ਕਹਿੰਦੇ ਕਿੰਨੇ ਜੱਜ ਆ ਸਾਡੀ ਸੁਪਰੀਮ ਕੋਰਟ ਆਫ ਇੰਡੀਆ ਕੋਲੇ? ਸਾਡੇ ਕੋਲ ਆਪਸ਼ਨ ਪਹਿਲਾ ਹੈਗਾ ਜੀ 25 ਜੱਜ, ਸੈਕੰਡ ਆਪਸ਼ਨ ਆ 34 ਜੱਜ, ਥਰਡ ਆਪਸ਼ਨ ਆ 20 ਜੱਜ ਤੇ ਫੋਰਥ ਆਪਸ਼ਨ ਆ 30 ਜੱਜਿਸ। ਤੇ ਜਿਹਦਾ ਸਹੀ ਆਂਸਰ ਹੈ ਹੋਵੇਗਾ ਸਾਡੇ ਕੋਲੇ ਆਪਸ਼ਨ ਨੰਬਰ ਬੀ 34 ਜੱਜਿਸ। ਇਹ ਟੋਟਲ ਸਟਰੈਂਥ ਹੈ ਇਸ ਟਾਈਮ ਤੇ। ਠੀਕ ਹੈ, ਯਾਦ ਰੱਖਿਓ ਟੋਟਲ ਸਟਰੈਂਥ ਆ ਸਾਡੇ ਸੁਪਰੀਮ ਕੋਰਟ ਦੀ ਇਸ ਟਾਈਮ ਤੇ ਇਨਕਲੂਡਿੰਗ ਚੀਫ ਜਸਟਿਸ ਆਫ ਇੰਡੀਆ। ਚਲੋ ਨੈਕਸਟ ਕੁਐਸਚਨ ਸਾਡੇ ਕੋਲ 19 ਨੰਬਰ ਕੁਐਸਚਨ। ਹੂ ਅਮੰਗ ਦਾ ਫੋਲੋਇੰਗ ਅਪੋਇੰਟਸ ਦਾ ਚੀਫ ਜਸਟਿਸ ਐਂਡ ਅਦਰ ਜੱਜਿਸ ਆਫ ਦਾ ਸੁਪਰੀਮ ਕੋਰਟ। ਕਹਿੰਦੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਆ ਜਾਂ ਸਾਡੇ ਚੀਫ ਜਸਟਿਸ ਆਫ ਇੰਡੀਆ ਆ ਉਹਨਾਂ ਨੂੰ ਅਪੋਇੰਟ ਕੌਣ ਕਰਦਾ? ਇੱਕ ਗੱਲ ਯਾਦ ਰੱਖਿਓ, ਡਿਸਟ੍ਰਿਕਟ ਕੋਰਟ ਦੇ ਜੱਜਿਸ ਨੂੰ ਜੇ ਆਪਾਂ ਛੱਡ ਦਈਏ, ਛੋਟਿਆਂ ਨੂੰ ਛੱਡ ਦਈਏ, ਬਾਕੀ ਬਚੇ ਸਾਡੇ ਕੋਲ ਹਾਈ ਕੋਰਟ ਦੇ ਜੱਜ ਤੇ ਸੁਪਰੀਮ ਕੋਰਟ ਦੇ ਜੱਜ। ਚਾਹੇ ਹਾਈ ਕੋਰਟ ਦੇ ਚੀਫ ਜਸਟਿਸ ਆ, ਚਾਹੇ ਉਹ ਨੋਰਮਲ ਜੱਜ ਆ, ਚਾਹੇ ਸੁਪਰੀਮ ਕੋਰਟ ਦੇ ਜਾਂ ਹਾਈ ਕੋਰਟ ਦੇ ਨੋਰਮਲ ਜੱਜ ਆ, ਚਾਹੇ ਉਹ ਚੀਫ ਜਸਟਿਸ ਆ, ਉਹਨਾਂ ਸਾਰਿਆਂ ਨੂੰ ਅਪੋਇੰਟ ਕਰਨ ਦੀ ਪਾਵਰ ਇੱਕ ਪਰਸਨ ਕੋਲ ਹੈ, ਉਹਦਾ ਨਾਮ ਹੈਗਾ ਪ੍ਰੈਜ਼ੀਡੈਂਟ। ਸਿੰਪਲ ਗੱਲ। ਠੀਕ ਹੈ ਜੀ। ਤੇ ਇਹਨਾਂ ਨੂੰ ਹਟਾਉਣ ਦੀ ਵੀ ਪਾਵਰ ਕਿਹਦੇ ਕੋਲ ਆ? ਪ੍ਰੈਜ਼ੀਡੈਂਟ ਦੇ ਕੋਲ। ਲੇਕਿਨ ਉਹ ਹਟਾਊਗਾ ਕਿਵੇਂ? ਜਿੱਦਾਂ ਆਪਣੀ ਪਾਰਲੀਮੈਂਟ ਐਡਵਾਈਸ ਦੇਊਗੀ, ਮੀਨਸ ਇੰਪੀਚਮੈਂਟ ਹੋਊਗੀ ਵੈਸੇ ਤਾਂ, ਲੇਕਿਨ ਇੱਥੇ ਲਿਖਿਆ ਗਿਆ ਕਿ ਪ੍ਰੈਜ਼ੀਡੈਂਟ ਕੈਨ ਰਿਮੂਵ ਦਾ ਜੱਜਿਸ ਔਨ ਦਾ ਐਡਵਾਈਸ ਆਫ ਦਾ ਪਾਰਲੀਮੈਂਟ। ਤੇ ਉਹ ਪਾਰਲੀਮੈਂਟ ਦੀ ਐਡਵਾਈਸ ਕਿੱਦਾਂ ਹੁੰਦੀ ਹੈ? ਇੰਪੀਚਮੈਂਟ ਦੇ ਰੂਪ ਦੇ ਵਿੱਚ। ਚਲੋ ਕੁਐਸਚਨ ਨੰਬਰ 20 ਹੈ ਸਾਡੇ ਕੋਲੇ ਜੀ। ਵਿਚ ਆਰਟੀਕਲ ਆਫ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਪ੍ਰੋਵਾਈਡਸ ਦਾ ਕੰਪੋਜੀਸ਼ਨ ਐਂਡ ਜੂਰਿਸਡਿਕਸ਼ਨ ਆਫ ਦਾ ਸੁਪਰੀਮ ਕੋਰਟ ਆਫ ਇੰਡੀਆ। ਕਹਿੰਦੇ ਕਿਹੜਾ ਆਰਟੀਕਲ ਆ ਜੋ ਕਿ ਸੁਪਰੀਮ ਕੋਰਟ ਆਫ ਇੰਡੀਆ ਦੀ ਕੰਪੋਜੀਸ਼ਨ ਤੇ ਉਹਦੇ ਜੂਰਿਸਡਿਕਸ਼ਨ ਨੂੰ ਦੱਸਦਾ ਆ? ਸਾਡੇ ਕੋਲੇ ਆਰਟੀਕਲ ਹੈਗੇ ਆ ਜੀ ਆਰਟੀਕਲ 137 to 141, ਉਦੋਂ ਬਾਅਦ ਹੈਗਾ ਆਰਟੀਕਲ 144, ਫਿਰ ਹੈਗਾ ਆਰਟੀਕਲ 126 ਐਂਡ ਡੀ ਆਪਸ਼ਨ ਹੈ ਸਾਡੇ ਕੋਲੇ ਆਰਟੀਕਲ 124। ਸੁਪਰੀਮ ਕੋਰਟ ਦੀ ਪਾਵਰਸ ਤੇ ਉਹਦਾ ਜੂਰਿਸਡਿਕਸ਼ਨ ਵਗੈਰਾ ਜਾਂ ਉਹਦੀ ਕੰਪੋਜੀਸ਼ਨ ਵਗੈਰਾ ਨੂੰ ਲੈ ਕੇ ਸਾਡੇ ਕੋਲ ਆਰਟੀਕਲ ਹੈਗਾ 124। ਇਹੀ ਸਾਰਾ ਕੁਝ ਦੱਸਦਾ ਹੈ ਸੁਪਰੀਮ ਕੋਰਟ ਦੇ ਬਾਰੇ, ਤੇ ਸਾਡਾ ਆਨਸਰ ਹੋਊਗਾ ਜੀ ਆਪਸ਼ਨ ਨੰਬਰ ਡੀ। ਚਲੋ ਨੈਕਸਟ ਕੁਐਸਚਨ ਹੈ ਸਾਡੇ ਕੋਲੇ 21 ਨੰਬਰ ਕੁਐਸਚਨ। ਹੂ ਇਜ਼ ਨੋਨ ਐਜ਼ ਦਾ ਫਾਦਰ ਆਫ ਲੋਕ ਸਭਾ। ਕਹਿੰਦੇ ਲੋਕ ਸਭਾ ਦੇ ਫਾਦਰ ਕਿਹਨਾਂ ਨੂੰ ਕਿਹਾ ਜਾਂਦਾ? ਆਪਸ਼ਨ ਨੰਬਰ ਫਸਟ ਹੈ ਆਪਣੇ ਕੋਲ ਜੀ.ਵੀ. ਮਾਵਲਕਰ, ਰਬੀ ਰਾਏ, ਪੀ.ਏ. ਸੰਗਮਾ ਤੇ ਬਲਰਾਮ ਜਾਖੜ। ਤੇ ਜੋ ਇਹਦਾ ਸਹੀ ਆਨਸਰ ਹੈ ਉਹ ਸਾਡੇ ਕੋਲ ਜੀ ਜੀ.ਵੀ. ਮਾਵਲਕਰ, ਜੋ ਕਿ ਉਹ ਇਨਸਾਨ ਸੀਗੇ ਜਦੋਂ ਅਸੀਂ ਕੌਂਸਟੀਟਿਊਐਂਟ ਅਸੈਂਬਲੀ ਬਾਰੇ ਪੜ੍ਹਦੇ ਹਾਂ ਨਾ ਜੀ, ਧਿਆਨ ਨਾਲ ਤੁਸੀਂ ਪੜ੍ਹਿਆ ਹੋਊਗਾ ਕੌਂਸਟੀਟਿਊਐਂਟ ਅਸੈਂਬਲੀ, ਤਾਂ ਉਹਦੇ 2 ਹੈੱਡ ਸੀਗੇ। ਇੱਕ ਹੈੱਡ ਜਦੋਂ ਇਹ ਜਿਹੜੀ ਕਮੇਟੀ ਆ ਜਾਂ ਟੀਮ ਆ ਜਦੋਂ ਮਿਲਦੀ ਸੀਗੀ, ਜਿਹੜੀ ਕੌਂਸਟੀਟਿਊਐਂਟ ਅਸੈਂਬਲੀ ਆ, ਜਦੋਂ ਇਹ ਕੌਂਸਟੀਟਿਊਸ਼ਨ ਦੀ ਫਾਰਮੇਸ਼ਨ ਦੇ ਲਈ ਮਿਲਦੀ ਸੀਗੀ, ਉਦੋਂ ਇਹਨੂੰ ਹੈੱਡ ਕਰਦੇ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ। ਤੇ ਜਦੋਂ ਇਹ ਬੋਡੀ ਐਜ਼ ਅ ਲੈਜਿਸਲੇਟਿਵ ਬੋਡੀ ਕੰਮ ਕਰਦੀ ਸੀਗੀ ਉਦੋਂ ਦੇ ਹੈੱਡ ਸੀਗੇ ਜੀ.ਵੀ. ਮਾਵਲਕਰ। ਨੈਕਸਟ ਕੁਐਸਚਨ ਹੈ ਸਾਡੇ ਕੋਲ 22 ਨੰਬਰ ਕੁਐਸਚਨ। ਇੰਡੀਅਨ ਪਾਰਲੀਮੈਂਟਰੀ ਸਿਸਟਮ ਇਜ਼ ਬੇਸਡ ਔਨ ਵਿਚ ਮਾਡਲ। ਕਹਿੰਦੇ ਜਿਹੜਾ ਇੰਡੀਅਨ ਪਾਰਲੀਮੈਂਟਰੀ ਸਿਸਟਮ ਆ ਉਹ ਕਿਹਦੇ ਤੇ ਬੇਸਡ ਆ?
ਵੈਸਟ ਮਨਿਸਟਰੀਅਲ ਮਾਡਲ ਦੇ, ਵੈਲਫੇਅਰ ਸਟੇਟ ਦੇ ਮਾਡਲ ਤੇ, ਬੋਥ, ਨਾਈਦਰ, ਏ ਔਰ ਬੀ। ਤੇ ਇਹ ਹੈਗਾ ਸਾਡੇ ਕੋਲੇ ਜੀ ਵੈਸਟ ਮਨਿਸਟਰੀਅਲ ਮਾਡਲ ਆਫ, ਇਸ ਤੇ ਡਿਪੈਂਡ ਆ। ਆਪਸ਼ਨ ਨੰਬਰ ਏ ਇਜ਼ ਦਾ ਕਰੈਕਟ ਆਨਸਰ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਵੈਸਟ ਮਨਿਸਟਰੀਅਲ ਮਾਡਲ ਆ ਇਹ ਕਿਹੜੀ ਕੰਟਰੀ ਨਾਲ ਰਿਲੇਟ ਕਰਦਾ, ਜਾਂ ਮੈਂ ਸਿੰਪਲੀ ਪੁੱਛਾਂ ਕਿ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਆ ਸੀ ਉਹ ਕਿਸ ਕੰਟਰੀ ਤੋਂ ਬੋਰੋ ਕੀਤਾ। ਠੀਕ ਆ ਜੀ, ਕਿਹੜੀ ਕੰਟਰੀ ਤੋਂ ਬੋਰੋ ਕੀਤਾ। ਤੇ ਜੇ ਆਨਸਰ ਪਤਾ ਹੈ ਤਾਂ ਕਮੈਂਟ ਬਾਕਸ ਵਿੱਚ ਆਨਸਰ ਜ਼ਰੂਰ ਕਰੋ, ਨਹੀਂ ਤਾਂ ਮੈਂ ਤੁਹਾਨੂੰ ਆਨਸਰ ਦੱਸ ਦਿੰਦਾ ਆ ਜੀ। ਇਹਦਾ ਆਨਸਰ ਹੈਗਾ ਸਾਡੇ ਕੋਲ ਬ੍ਰਿਟੇਨ। ਜੋ ਸਾਡਾ ਪਾਰਲੀਮੈਂਟਰੀ ਸਿਸਟਮ ਆ ਸੀ ਉਹਨੂੰ ਬ੍ਰਿਟੇਨ ਤੋਂ ਬੋਰੋ ਕੀਤਾ, ਜਾਂ ਅਸੀਂ ਇਹਨੂੰ ਯੂਕੇ ਵੀ ਕਹਿ ਸਕਦੇ ਹਾਂ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ, 23rd ਨੰਬਰ ਦਾ ਕੁਐਸਚਨ। ਹੂ ਡਿਸਾਈਡਸ ਵੈਦਰ ਆ ਬਿੱਲ ਇਜ਼ ਮਨੀ ਬਿੱਲ ਔਰ ਨੋਟ। ਕਹਿੰਦੇ ਕੌਣ ਡਿਸਾਈਡ ਕਰਦਾ ਕਿ ਜੇ ਕੋਈ ਬਿੱਲ ਆ ਉਹ ਮਨੀ ਬਿੱਲ ਹੋ ਸਕਦਾ ਜਾਂ ਨਹੀਂ। ਇਹ ਪਾਵਰ ਹੁੰਦੀ ਆ ਕਹਿੰਦੇ ਪ੍ਰੈਜ਼ੀਡੈਂਟ ਦੇ ਕੋਲ, ਪ੍ਰਾਈਮ ਮਿਨਿਸਟਰ ਦੇ ਕੋਲ, ਸਪੀਕਰ ਦੇ ਕੋਲ, ਜਿਹੜਾ ਲੋਕ ਸਭਾ ਦਾ ਸਪੀਕਰ ਆ, ਜਾਂ ਫਿਰ ਫਾਈਨੈਂਸ ਮਿਨਿਸਟਰ ਦੇ ਕੋਲ। ਤੇ ਇਹਦਾ ਸਹੀ ਆਨਸਰ ਹੈਗਾ ਜੀ ਸਪੀਕਰ ਆਫ ਦਾ ਲੋਕ ਸਭਾ। ਸਪੀਕਰ ਆਫ ਦਾ ਲੋਕ ਸਭਾ ਹੀ ਡਿਸਾਈਡ ਕਰ ਸਕਦਾ ਕਿ ਜਿਹੜਾ ਬਿੱਲ ਆ ਉਹ ਕਿਹੜਾ ਆ, ਮਨੀ ਬਿੱਲ ਆ ਜਾਂ ਹੋਰ ਬਿੱਲ ਆ। ਜੇ ਮਨੀ ਬਿੱਲ ਦੀ ਗੱਲ ਕਰੀਏ ਤਾਂ ਇਹਦੇ ਨਾਲ ਜਿਹੜਾ ਆਰਟੀਕਲ ਰਿਲੇਟ ਕਰਦਾ ਹੈਗਾ 1110। ਠੀਕ ਹੈ ਜੀ, 110 ਨੰਬਰ ਆਰਟੀਕਲ ਹੈ ਜੋ ਕਿ ਰਿਲੇਟ ਕਰਦਾ ਵਿਦ ਦਾ ਮਨੀ ਬਿੱਲ। ਬਹੁਤ ਇੰਪੋਰਟੈਂਟ ਆ, ਇਹਨੂੰ ਯਾਦ ਕਰ ਲਿਓ। ਦ ਫੈਡਰਲ ਸਟਰਕਚਰ ਆਫ ਦਾ ਗੌਰਮੈਂਟ ਆਫ ਇੰਡੀਆ ਪ੍ਰੋਵਾਈਡਸ। ਕਹਿੰਦਾ ਜਿਹੜਾ ਇੰਡੀਆ ਦਾ ਫੈਡਰਲ ਸਟਰਕਚਰ ਆ ਉਹ ਕਿੰਨੇ ਟਾਇਰ ਦੀ ਗੌਰਮੈਂਟ ਪ੍ਰੋਵਾਈਡ ਕਰਦਾ, 2 ਟਾਇਰ, 3 ਟਾਇਰ, 4 ਟਾਇਰ, ਨਨ ਆਫ ਅਬਵ। ਸਾਡੇ ਕੋਲ 3 ਟਾਇਰ ਦੀ ਗੌਰਮੈਂਟ ਆ, ਕਿਹੜੀ ਕਿਹੜੀ ਹੈ ਜੀ, ਪੰਚਾਇਤੀ ਰਾਜ, ਸਟੇਟ ਗੌਰਮੈਂਟ ਤੇ ਸੈਂਟਰ ਦੀ ਗੌਰਮੈਂਟ। ਤੇ ਸਾਡਾ ਆਪਸ਼ਨ ਹੋਊਗਾ ਆਪਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਨਸਰ। ਨੈਕਸਟ ਹੈਗਾ 25th ਨੰਬਰ ਕੁਐਸਚਨ। ਦ ਬਜਟ ਇਜ਼ ਆਲਸੋ ਨੋਨ ਐਜ਼। ਕਹਿੰਦੇ ਬਜਟ ਨੂੰ ਅਸੀਂ ਕਿਹੜੇ ਨਾਮ ਨਾਲ ਜਾਣਦੇ ਆ। ਪਹਿਲਾਂ ਤਾਂ ਮੈਂ ਦੱਸ ਦਵਾਂ ਜਿਹੜਾ ਬਜਟ ਆ ਉਹ ਸਾਡੇ ਕੋਲੇ ਆਰਟੀਕਲ 112 ਵਿੱਚ ਆਉਂਦਾ। ਠੀਕ ਹੈ ਜੀ, ਤੇ ਉੱਥੇ ਇਹਨੂੰ ਬਜਟ ਵਰਡ ਕਿਤੇ ਵੀ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਨਹੀਂ ਲਿਖਿਆ ਗਿਆ। ਤੇ ਵਰਡ ਕਿਹੜਾ ਲਿਖਿਆ ਗਿਆ ਜੀ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਆਈ ਹੋਪ ਆਨਸਰ ਮਿਲ ਗਿਆ ਹੋਊਗਾ ਜੀ। ਤੇ ਆਨਸਰ ਕੀ ਆ, ਆਪਸ਼ਨ ਨੰਬਰ ਏ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ। ਸਾਡਾ ਬਜਟ ਵਰਡ ਕਿਤੇ ਵੀ ਨਹੀਂ ਯੂਜ਼ ਕੀਤਾ, ਧਿਆਨ ਰੱਖਿਓ। ਠੀਕ ਆ, ਤੇ ਉਹ ਕਿਹੜਾ ਇਨਸਾਨ ਆ ਜਿਹਨੇ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਵਾਰ ਬਜਟ ਪੇਸ਼ ਕੀਤਾ। ਉਹਦਾ ਨਾਮ ਹੈਗਾ ਜੀ ਮੁਰਾਰਜੀ ਦੇਸਾਈ। ਯਾਦ ਰੱਖਿਓ, ਮੁਰਾਰਜੀ ਦੇਸਾਈ ਉਹ ਇਨਸਾਨ ਨੇ, ਉਹ ਮਿਨਿਸਟਰ ਨੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਵਾਰ ਬਜਟ ਸਾਡਾ ਪ੍ਰੈਜ਼ੈਂਟ ਕੀਤਾ। ਚਲੋ ਉਸ ਤੋਂ ਬਾਅਦ ਸਾਡੇ ਕੋਲ 26 ਨੰਬਰ ਕੁਐਸਚਨ। ਦ ਪਾਰਲੀਮੈਂਟ ਆਫ ਇੰਡੀਆ ਕੰਸਿਸਟ ਆਫ ਦ ਫੋਲੋਇੰਗ। ਜਿਹੜਾ ਪਾਰਲੀਮੈਂਟ ਆਫ ਇੰਡੀਆ ਦੇ ਵਿੱਚ ਕੀ ਆ, ਆਪਾਂ ਇਹ ਕੁਐਸਚਨ ਆਲਰੇਡੀ ਕਰਕੇ ਹਟੇ ਆ। ਸਾਡੇ ਕੋਲ ਇਹ ਆਪਸ਼ਨ ਆ ਪ੍ਰੈਜ਼ੀਡੈਂਟ, ਬੀ ਆਪਸ਼ਨ ਆ ਲੋਕ ਸਭਾ ਐਂਡ ਰਾਜ ਸਭਾ, ਤੇ ਸੀ ਆਪਸ਼ਨ ਆ ਬੋਥ ਏ ਐਂਡ ਬੀ। ਤੇ ਸਾਨੂੰ ਪਤਾ ਹੈ ਜੀ ਪਾਰਲੀਮੈਂਟ ਦੇ ਵਿੱਚ ਕੀ ਆ, ਸਾਡੇ ਕੋਲੇ ਲੋਕ ਸਭਾ ਵੀ ਹੈ, ਰਾਜ ਸਭਾ ਵੀ ਹੈ, ਤੇ ਪ੍ਰੈਜ਼ੀਡੈਂਟ ਵੀ ਹੈ। ਤੇ ਸਾਡਾ ਆਨਸਰ ਹੋਊਗਾ ਆਪਸ਼ਨ ਨੰਬਰ ਸੀ ਬੋਥ ਏ ਐਂਡ ਬੀ। 27 ਨੰਬਰ ਕੁਐਸਚਨ ਹੈ, ਵਟ ਇਜ਼ ਦਾ ਮਿਨੀਮਮ ਏਜ ਫॉर ਹੋਲਡਿੰਗ ਦਾ ਆਫਿਸ ਆਫ ਲੋਕ ਸਭਾ। ਕਹਿੰਦੇ ਲੋਕ ਸਭਾ ਨੂੰ ਹੋਲਡ ਕਰਨ ਦੇ ਲਈ ਮਿਨੀਮਮ ਏਜ ਕਿੰਨੀ ਹੋਣੀ ਚਾਹੀਦੀ ਹੈ। ਆਪਸ਼ਨ ਨੰਬਰ ਫਸਟ ਹੈ 18 ਈਅਰ, ਆਪਸ਼ਨ ਨੰਬਰ 2 ਹੈ 21 ਈਅਰ, ਸੀ ਹੈ ਜੀ 25 ਈਅਰ, ਤੇ ਡੀ ਹੈ 30 ਈਅਰ। ਦੇਖੋ 18 ਈਅਰ ਹੈਗਾ ਵੋਟ ਦੀ ਏਜ ਸਭ ਤੋਂ ਘੱਟ, ਵੀ ਤੁਸੀਂ ਭਾਈ ਵੋਟ ਕਰ ਸਕਦੇ ਹੋ। 21 ਈਅਰ ਏਜ ਹੈਗੀ ਆ ਜੇ ਤੁਸੀਂ ਪੰਚਾਇਤੀ ਰਾਜ ਦੇ ਵਿੱਚ ਇਲੈਕਸ਼ਨ ਲੜਨੇ, ਮੀਨਸ ਤੁਸੀਂ ਸਰਪੰਚ ਬਣਨਾ ਜਾਂ ਪੰਚ ਬਣਨਾ ਆ, ਜਾਂ ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ MC ਬਣਨਾ ਆ, ਤਾਂ ਉਹਦੇ ਲਈ 21 ਈਅਰ ਏਜ ਆ। ਜੇ ਤੁਸੀਂ ਲੋਕ ਸਭਾ ਦੇ ਮੈਂਬਰ ਬਣਨਾ ਹੈ ਤਾਂ ਉਹਦੀ ਏਜ ਹੈਗੀ ਆ 25, ਤੇ ਜੇ ਤੁਸੀਂ ਰਾਜ ਸਭਾ ਦੇ ਮੈਂਬਰ ਬਣਨਾ ਤਾਂ ਉਹਦੀ ਏਜ ਹੈਗੀ ਆ ਜੀ 30 ਈਅਰ। ਉਮੀਦ ਆ ਆਨਸਰ ਮਿਲ ਗਿਆ ਹੋਊਗਾ। ਉਹਨਾਂ ਨੇ ਕੀ ਕਿਹਾ ਲੋਕ ਸਭਾ, ਤੇ ਲੋਕ ਸਭਾ ਦੇ ਲਈ ਹੈਗੀ ਆ ਜੀ 25 ਈਅਰ। ਤੇ ਜੇ ਤੁਸੀਂ ਵਾਈਸ ਪ੍ਰੈਜ਼ੀਡੈਂਟ ਜਾਂ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਹੋ ਉਹਦੇ ਲਈ ਏਜ ਹੈਗੀ ਸਾਡੇ ਕੋਲੇ 35 ਈਅਰਸ ਮਿਨੀਮਮ ਏਜ ਆ। ਚਲੋ ਨੈਕਸਟ ਕੁਐਸਚਨ ਹੈ ਆਪਣੇ ਕੋਲੇ 28 ਨੰਬਰ ਕੁਐਸਚਨ। ਅ ਮੋਸ਼ਨ ਆਫ ਨੋ ਕੌਨਫੀਡੈਂਸ ਅਗੇਂਸਟ ਦਾ ਗੌਰਮੈਂਟ। ਕਹਿੰਦੇ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਆ ਉਹ ਗੌਰਮੈਂਟ ਦੇ ਅਗੇਂਸਟ ਆਉਂਦਾ ਹੁੰਦਾ ਆ। ਉਹਨੂੰ ਇੰਟਰੋਡਿਊਸ ਕੀਤਾ ਜਾ ਸਕਦਾ ਕਿੱਥੇ, ਰਾਜ ਸਭਾ ਦੇ ਵਿੱਚ, ਲੋਕ ਸਭਾ ਵਿੱਚ, ਬੋਥ ਏ ਐਂਡ ਬੀ, ਨਾਈਦਰ ਏ ਔਰ ਬੀ। ਦੇਖੋ ਯਾਦ ਰੱਖਿਓ ਜਿਹੜੀ ਗੌਰਮੈਂਟ ਹੁੰਦੀ ਆ ਉਹ ਹਮੇਸ਼ਾ ਹੀ ਲੋਕ ਸਭਾ ਦੇ ਲਈ ਰਿਸਪੌਂਸੀਬਲ ਹੁੰਦੀ ਆ। ਕਾਹਦੇ ਲਈ, ਓਨਲੀ ਟੂ ਦਾ ਲੋਕ ਸਭਾ, ਓਨਲੀ, ਬਹੁਤ ਇੰਪੋਰਟੈਂਟ ਗੱਲ ਆ ਜੀ, ਓਨਲੀ ਲੋਕ ਸਭਾ ਦੇ ਲਈ ਹੀ ਰਿਸਪੌਂਸੀਬਲ ਹੈ। ਤੇ ਸਾਡਾ ਆਨਸਰ ਹੋਊਗਾ ਲੋਕ ਸਭਾ। ਇੱਥੇ ਲੋਕ ਸਭਾ ਓਨਲੀ ਵੀ ਲਗਾ ਸਕਦੇ ਸੀ ਨਾਲ। ਚਾਹੇ ਕੋਈ ਮਿਨਿਸਟਰ ਰਾਜ ਸਭਾ ਤੋਂ ਬਣ ਕੇ ਆਵੇ, ਬਣ ਵੀ ਸਕਦਾ ਆ, ਚਾਹੇ PM ਰਾਜ ਸਭਾ ਤੋਂ ਬਣ ਕੇ ਆਵੇ, ਲੇਕਿਨ ਉਹਦੀ ਜਿਹੜੀ ਰਿਸਪੌਂਸੀਬਿਲਟੀ ਆ ਉਹ ਹੁੰਦੀ ਆ ਲੋਕ ਸਭਾ ਦੇ ਪ੍ਰਤੀ। ਤੇ ਨੋ ਕੌਨਫੀਡੈਂਸ ਮੋਸ਼ਨ ਹਮੇਸ਼ਾ ਹੀ ਲੋਕ ਸਭਾ 'ਚ ਆਊਗਾ। ਚਲੋ ਅੱਗੇ ਚੱਲਦੇ ਹਾਂ। 29 ਨੰਬਰ ਕੁਐਸਚਨ, ਹਾਊ ਮੈਨੀ ਸੈਸ਼ਨਸ ਆਫ ਦਾ ਲੋਕ ਸਭਾ ਮਸਟ ਟੇਕ ਪਲੇਸ ਇਨ ਅ ਈਅਰ। ਲੋਕ ਸਭਾ ਦੀ ਬਜਾਏ ਆਪਾਂ ਜਿੱਥੇ ਪਾਰਲੀਮੈਂਟ ਕਰ ਲਈਏ ਤਾਂ ਜ਼ਿਆਦਾ ਵਧੀਆ ਵਰਡ ਹੋਊਗਾ। ਜਿਹੜਾ ਪਾਰਲੀਮੈਂਟ ਆ ਉਹਦੇ ਕਿੰਨੇ ਸੈਸ਼ਨ ਕਹਿੰਦੇ ਹੋਣੇ ਚਾਹੀਦੇ ਆ ਸਾਡੀ ਕੰਟਰੀ ਦੇ ਵਿੱਚ। ਇਹ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਲਿਖਿਆ ਗਿਆ ਆ ਕਿ ਜਿਹੜੇ ਪਾਰਲੀਮੈਂਟ ਦੇ ਸੈਸ਼ਨ ਹੁੰਦੇ ਆ ਉਹਨਾਂ 2 ਸੈਸ਼ਨ ਦੇ ਵਿੱਚ 6 ਮੰਥ ਤੋਂ ਜ਼ਿਆਦਾ ਗੈਪ ਨਹੀਂ ਹੋ ਸਕਦਾ। ਠੀਕ ਹੈ, ਇਹ ਗੱਲ ਲਿਖੀ ਗਈ ਹੈ ਕਿ ਜੋ ਮੈਕਸਿਮਮ ਡਿਫਰੈਂਸ ਹੋਊਗਾ 2 ਸੈਸ਼ਨ ਦਾ ਉਹ ਹੋਊਗਾ 6 ਮੰਥ। ਤੇ ਇਟ ਮੀਨਸ ਸਾਡੇ 1 ਸਾਲ ਦੇ ਵਿੱਚ ਮੈਕਸਿਮਮ ਜੋ ਮਸਟ ਆ ਉਹ ਕਿੰਨੇ ਸੈਸ਼ਨ ਆ, 2 ਸੈਸ਼ਨ ਮਸਟ ਕਰਨੇ ਹੀ ਪੈਣੇ ਆ।
ਨੋਰਮਲੀ ਸਾਡੀ ਕੰਟਰੀ ਵਿੱਚ 3 ਸੈਸ਼ਨ ਚੱਲਦੇ ਆ ਜੀ, ਕਿਹੜੇ ਆ? ਬਜਟ ਸੈਸ਼ਨ ਸਭ ਤੋਂ ਪਹਿਲਾਂ ਹੁੰਦਾ, ਜਿਹੜਾ ਕਿ ਸਭ ਤੋਂ ਲੌਂਗੈਸਟ ਵੀ ਆ। ਉਦੋਂ ਬਾਅਦ ਸਾਡੇ ਕੋਲ ਹੁੰਦਾ ਜੀ ਮੌਨਸੂਨ ਸੈਸ਼ਨ, ਉਦੋਂ ਬਾਅਦ ਸਾਡੇ ਕੋਲ ਹੁੰਦਾ ਜੀ ਵਿੰਟਰ ਸੈਸ਼ਨ, ਤੇ ਸਭ ਤੋਂ ਛੋਟਾ ਹੈਗਾ ਵਿੰਟਰ ਸੈਸ਼ਨ, ਸਭ ਤੋਂ ਲੰਬਾ ਹੁੰਦਾ ਲੌਂਗ ਹੁੰਦਾ ਬਜਟ ਸੈਸ਼ਨ, ਤੇ ਮੀਡੀਅਮ ਸਾਈਜ਼ ਤੇ ਹੁੰਦਾ ਸਾਡੇ ਕੋਲ ਮੌਨਸੂਨ ਸੈਸ਼ਨ। ਠੀਕ ਹੈ, ਤਾਂ ਸਾਡਾ ਆਪਸ਼ਨ ਆਨਸਰ ਹੋਊਗਾ ਜੀ ਆਪਸ਼ਨ ਨੰਬਰ ਏ, ਮਤਲਬ 2 ਜਿਹੜੇ ਸੈਸ਼ਨਸ ਉਹ ਹੋਣੇ ਹੀ ਚਾਹੀਦੇ ਆ। ਜੇ ਮੈਂ ਇੱਥੇ ਕੁਐਸਚਨ ਇਹ ਹੋਰ ਪੁੱਛਾਂ ਕਿ ਜਿਹੜੇ ਸੈਸ਼ਨਸ ਹੁੰਦੇ ਆ ਪਾਰਲੀਮੈਂਟ ਦੇ, ਉਹਨਾਂ ਨੂੰ ਕੌਣ ਬੁਲਾਉਂਦਾ ਤੇ ਉਹਨਾਂ ਨੂੰ ਖਤਮ ਕੌਣ ਕਰਦਾ? ਇਹ ਪਾਵਰ ਆ ਪ੍ਰੈਜ਼ੀਡੈਂਟ ਦੇ ਕੋਲ। ਠੀਕ ਹੈ, ਸੈਸ਼ਨ ਨੂੰ ਸਮਨ ਕਰਨ ਦੀ ਪਾਵਰ ਹੈਗੀ ਆ ਪ੍ਰੈਜ਼ੀਡੈਂਟ ਦੇ ਕੋਲ। ਠੀਕ ਹੈ, ਤੇ ਉਹਨੂੰ ਪ੍ਰੋਰੋਗੇਟ ਕਰਨਾ, ਉਹਦੀ ਪ੍ਰੋਰੋਗੇਸ਼ਨ ਕਰਨੀ, ਉਹਨੂੰ ਖਤਮ ਕਰਨਾ, ਉਹ ਵੀ ਪਾਵਰ ਕਿਹਦੇ ਕੋਲ ਆ? ਪ੍ਰੈਜ਼ੀਡੈਂਟ ਦੇ ਕੋਲ। ਲੇਕਿਨ ਜਿਹੜੀ ਸਿਟਿੰਗ ਚੱਲ ਰਹੀ ਹੈ, ਦੇਖੋ ਸੈਸ਼ਨ ਅਲੱਗ ਚੀਜ਼ ਹੈ, ਸਿਟਿੰਗ ਅਲੱਗ ਚੀਜ਼ ਹੈ। ਸਿਟਿੰਗ ਨੂੰ ਐਡਜਰਨ ਕਰਨਾ, ਖਤਮ ਕਰਨਾ, ਉਹ ਪਾਵਰ ਹੁੰਦੀ ਆ ਸਪੀਕਰ ਕੋਲੇ ਲੋਕ ਸਭਾ ਦੇ ਵਿੱਚ, ਤੇ ਰਾਜ ਸਭਾ ਦੇ ਵਿੱਚ ਹੁੰਦੀ ਹੈ ਜੀ ਉਹ ਚੇਅਰਮੈਨ ਕੋਲੇ। ਇਹ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਤੁਸੀਂ ਯਾਦ ਕਰ ਸਕਦੇ ਹੋ। ਚਲੋ ਸਾਡੇ ਕੋਲ ਲਾਸਟ ਕੁਐਸਚਨ ਅੱਜ ਦੀ ਵੀਡੀਓ ਦਾ, ਵਿਚ ਆਫ ਦਾ ਫੋਲੋਇੰਗ ਆਰ ਨਾਟ ਸੈਸ਼ਨ ਆਫ ਦਾ ਲੋਕ ਸਭਾ? ਵੈਰੀ ਸਿੰਪਲ, ਲੋਕ ਸਭਾ ਦਾ ਸੈਸ਼ਨ ਕਿਹੜਾ ਨਹੀਂ ਹੈਗਾ? ਹੁਣੇ ਆਪਾਂ ਦੇਖਿਆ ਜੀ ਬਜਟ ਸੈਸ਼ਨ ਵੀ ਆ, ਮੌਨਸੂਨ ਸੈਸ਼ਨ ਵੀ ਆ, ਵਿੰਟਰ ਸੈਸ਼ਨ ਵੀ ਆ, ਸਮਰ ਸੈਸ਼ਨ ਤਾਂ ਮੈਂ ਦੱਸਿਆ ਹੀ ਨਹੀਂ, ਤੇ ਸਾਡਾ ਆਨਸਰ ਕੀ ਹੋਊਗਾ ਜੀ? ਸਮਰ ਸੈਸ਼ਨ ਕੋਈ ਵੀ ਸੈਸ਼ਨ ਨਹੀਂ ਹੈਗਾ, ਤੇ ਆਨਸਰ ਨੰਬਰ ਸੀ ਇਜ਼ ਦਾ ਕਰੈਕਟ ਆਨਸਰ। ਇਹ ਰਹੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਵੀਡੀਓ ਕਾਫੀ ਵਧੀਆ ਲੱਗੀ ਹੋਊਗੀ, ਕਾਫੀ ਜ਼ਿਆਦਾ ਐਕਸਟਰਾ ਇਨਫੋਰਮੇਸ਼ਨ ਵੀ ਇਹਦੇ ਵਿੱਚ ਹੈਗੀ ਆ। ਇਹਨੂੰ ਆਪਦੀ ਕਾਪੀਜ਼ 'ਤੇ ਨੋਟ ਕਰ ਲਿਓ ਤੇ ਇਹਦੀ ਰਿਵੀਜ਼ਨ ਕਰਦੇ ਰਹੋ। ਠੀਕ ਹੈ ਜੀ, ਤੇ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ, ਆਪਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਲਓ। ਅਤੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ PPSC ਦੇ ਰਿਗਾਰਡਿੰਗ ਜਾਂ PCS ਦੇ ਰਿਗਾਰਡਿੰਗ, ਤਾਂ ਤੁਸੀਂ ਮੈਨੂੰ ਇਸ ਨੰਬਰ 'ਤੇ ਕੰਟੈਕਟ ਵੀ ਕਰ ਸਕਦੇ ਹੋ, ਜਾਂ ਫਿਰ ਸਟੱਡੀ ਮਟੀਰੀਅਲ ਦੀ ਵੀ ਜ਼ਰੂਰਤ ਹੈ ਤਾਂ ਵੀ ਤੁਸੀਂ ਮੈਨੂੰ ਇਸ ਨੰਬਰ 'ਤੇ ਕੰਟੈਕਟ ਕਰ ਲਓ। ਠੀਕ ਹੈ ਜੀ, ਓਕੇ ਜੀ, ਥੈਂਕ ਯੂ, ਹੈਵ ਅ ਗੁੱਡ ਡੇ।